मैं अज आया जी हुशियारपुर शहर के एक महल्ले न्यू टैगोर नगर विच। बजुर्ग मेरे सामने ने, इन्हां दे दिलो दिमाग दे विच जिहड़ियां बीते वक्त दियां गवाची धरती दियां गल्लां वो असी आने वाले समय दे विच रिकॉर्ड करांगे। बड़ी देर तो ये कोशिश जारी आ कि साडा ये सरमाया जिन्हां ने दुनिया की सब तो वड्डी हिजरत वेखी, जिन्हां ने दुनिया का सब तो बड़ा उजाड़ा अपने पिंडे हंडाया, उन्होंने रिकॉर्ड कर लिया जाए। उस कोशिश के तहत, उस लड़ी के तहत अज मैं आया हुशियारपुर अपनी शहर। लो जी, करांगे गलबात, सुनते हैं कि इन्हों के जोड़े जहन के विच किन्नियां गजादां ने, की सोच रहा है गवाची धरती बारे। सत श्री अकाल जी। सत श्री अकाल जी। की शुभ नाम जी अपना? मेरा नाम सरदार सिंह है जी। जी, अज आपां तुहाडे नाल गल्लां कर रहे हैं जी उस धरती दियां जिੱਥੇ तुसीं जम्मे पले। हाँ जी। तुसीं होश संभाली। हाँ जी। हाँ जी। फिर स्कूले गए होंगे। ठीक है जी। फिर तुहानूं एक बहुत वड्डा कह लो धक्का, एक उजाड़ा सहना पिया। हाँ जी। हाँ जी। फिर तुसीं किवें उत्थों उजड़ के इत्थे तक पहुँचे हाँ जी। ते मुड़ के किवें पैरां ते खड़े होए। हाँ जी। ते अज तकरीबन पौनी सदी बाद तुहाडे मन मस च, तुहाडे जहन च किन्नियां कुछ यादां ने, हाँ जी। वो रिकॉर्ड करन दे मकसद नाल मैं आया जी। ठीक है जी। ते तुसीं माड़ा दस्सो जी, वो पिंड किहड़ा सी जिੱਥੇ तुहाडा जन्म होया सी? मेरा जी पिंड सी छोटी शूक, जिथे मेरा जन्म 1935 20 अप्रैल जी ਜ਼ਿਲ੍ਹਾ गुजरात वैस्ट पाकिस्तान ਵਿੱਚ ਹੋਇਆ ਸੀ जी। ਤੇ ਮੇਰੇ ਪਿਤਾ ਜੀ ਦਾ ਨਾਮ ਸਤਿਕਾਰਯੋਗ ਚੌਧਰੀ ਕੇਸਰ ਸਿੰਘ ਜੀ ਅਤੇ ਮੇਰੀ ਮਾਤਾ ਜੀ ਦਾ ਨਾਮ ਸਤਿਕਾਰਯੋਗ ਸਰਦਾਰਨੀ ਕਰਤਾਰ ਕੌਰ ਸੀਗਾ। ਜਦੋਂ 1947 ਦੇ ਵਿੱਚ ਹਿੰਦੁਸਤਾਨ ਔਰ ਪਾਕਿਸਤਾਨ ਦਾ ਬਟਵਾਰਾ ਹੋਇਆ, ਉਸ ਟਾਈਮ ਮੇਰੀ ਉਮਰ ਤਕਰੀਬਨ 11 ਸਾਲ 11.5 ਸਾਲ ਦੇ ਲਗਭਗ ਸੀ। ਜਦੋਂ ਮੇਰੀ ਉਮਰ ਤਕਰੀਬਨ 6 ਸਾਲ ਦੀ ਹੋਈ ਤੇ ਮੇਰੇ ਮਾਤਾ ਪਿਤਾ ਜੀ ਨੇ ਮੈਨੂੰ ਸਕੂਲ ਪੜ੍ਹਨ ਵਾਸਤੇ ਭੇਜਿਆ। ਮੈਂ ਸਕੂਲ ਜਾਂਦਾ ਰਿਹਾ। ਕਿਸੇ ਕਾਰਨ ਮੈਂ ਸਕੂਲ 'ਚ ਆਪਣੀ ਐਜੂਕੇਸ਼ਨ ਪੂਰੀ ਨਹੀਂ ਕਰ ਸਕਿਆ ਔਰ ਮੈਂ ਵਿੱਚ ਹੀ ਛੱਡ ਕੇ ਤੇ ਮੈਂ ਆਪਣੇ ਮਾਤਾ ਪਿਤਾ ਨੂੰ ਕਹਿ ਦਿੱਤਾ ਕਿ ਮੈਂ ਸਕੂਲ ਨਹੀਂ ਜਾਣਾ। ਕੋਈ ਪ੍ਰੋਬਲਮ ਸੀਗੀ। ਮੇਰੇ ਮਾਤਾ ਪਿਤਾ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਸਕੂਲ ਜਾਵਾਂ, ਪੜ੍ਹਾਂ ਔਰ ਅੱਛੇ ਵਿਚਾਰ ਉਹਨਾਂ ਨੇ ਮੇਰੇ ਸਾਹਮਣੇ ਰੱਖੇ, ਪਰ ਮੇਰੇ ਦਿਮਾਗ 'ਚ ਗੱਲ ਬੈਠੀ ਨਹੀਂ। ਕੁਦਰਤ ਵੇਲੇ ਮੇਰੇ ਐਜੂਕੇਸ਼ਨ, ਮੇਰੇ ਦਿਮਾਗ ਖਿਆਲ ਮੇਰੀ ਜ਼ਿੰਦਗੀ 'ਚ ਨਹੀਂ ਸੀ, ਜਿਹਦੀ ਵਜ੍ਹਾ ਨਾਲ ਮੈਂ ਪੜ੍ਹਾਈ ਨਹੀਂ ਕਰ ਸਕਿਆ। ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਜਿਹੜਾ ਕੰਮ ਸੀਗਾ ਉਹ ਖੇਤੀ ਦਾ ਕੰਮ ਸੀਗਾ। ਉਹਨਾਂ ਮੈਨੂੰ ਖੇਤੀ 'ਚ ਲਾ ਲਿਆ। ਮੈਂ ਆਪਣੇ ਪਿਤਾ ਜੀ ਦਾ ਖੇਤੀ 'ਚ ਹੱਥ ਵੰਡਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਖੇਤੀ ਦਾ ਕੰਮ ਬੜਾ ਮੁਸ਼ਕਿਲ ਸੀਗਾ। ਪਾਣੀ ਦਾ ਕੋਈ ਬੰਦੋਬਸਤ ਨਹੀਂ ਸੀ ਹੁੰਦਾ। ਬਰਾਨ ਜ਼ਮੀਨਾਂ ਸਨ। ਬਰਸਾਤ 'ਤੇ ਦਾਰਮਦਾਰ ਹੁੰਦਾ ਸੀਗਾ। ਨਾ ਕੋਈ ਟਿਊਬਵੈੱਲ ਦਾ ਬੰਦੋਬਸਤ ਹੁੰਦਾ ਸੀ, ਲੇਕਿਨ ਖੂਹਾਂ ਦਾ ਬੰਦੋਬਸਤ ਹੁੰਦਾ ਸੀ ਕਿ ਜਿਹੜੇ ਲੋਕਾਂ ਨੇ ਖੂਹ ਲਵਾਏ ਹੁੰਦੇ ਸਨ, ਉਹ ਖੂਹਾਂ ਦੇ ਪਾਣੀ ਨਾਲ ਹੀ ਸਿੰਚਾਈ ਹੁੰਦੀ ਸੀ। ਉਸ ਤੋਂ ਬਾਅਦ ਜਦੋਂ ਖੂਹ ਦੇ ਉੱਤੇ 3-4 ਘਰ ਹੁੰਦੇ ਸਨ ਜਿਨ੍ਹਾਂ ਦੀ ਵੱਖੋ ਵਾਰੀ ਆਉਂਦੀ ਸੀ, ਤੀਸਰੇ ਚੌਥੇ ਦਿਨ ਵਾਰੀ ਆਉਂਦੀ ਸੀ ਅਤੇ ਉਹਦੇ ਨਾਲ ਥੋੜ੍ਹੀ ਬਹੁਤ ਸਿੰਚਾਈ ਹੁੰਦੀ ਸੀ। ਮਸਾਂ 1-2 ਕਿੱਲਾ ਹੀ ਪਾਣੀ ਲੱਗਦਾ ਸੀਗਾ, ਬਾਕੀ ਜ਼ਮੀਨ ਸਾਰੀ ਬਰਾਨ ਸੀਗੀ। ਉਸ ਸਮੇਂ ਨਾ ਕੋਈ ਹੋਰ ਨੌਕਰੀ ਦਾ ਬੰਦੋਬਸਤ ਸੀਗਾ ਔਰ ਖਾਣ ਜੋਗੇ ਦਾਣੇ ਵੀ ਇੱਥੋਂ ਤੱਕ ਕਿ ਪੂਰੇ ਸਾਲ ਜੋਗੇ ਨਹੀਂ ਸਨ ਆਉਂਦੇ। ਮੰਦਾ ਹਾਲ ਸੀ, ਬਹੁਤ ਖੇਤੀ ਦਾ ਮੰਦਾ ਹਾਲ ਸੀ। ਉਸ ਤੋਂ ਬਾਅਦ ਸੋਚਿਆ ਕਿ ਕਿਤੇ ਨੌਕਰੀ ਵੀ ਨਹੀਂ ਮਿਲ ਸਕਦੀ, ਇਹ ਛੋਟੀ ਉਮਰ ਸੀ। ਘਰ ਬੈਠ ਕੇ ਮਾਤਾ ਪਿਤਾ ਹੱਥ ਖੇਤੀ 'ਚ ਵੰਡਾਉਣ ਲੱਗ ਗਏ। ਬਦਨਸੀਬੀ ਕਿ 1947 ਆ ਗਿਆ, ਜਿਹਦੇ ਵਿੱਚ ਹਿੰਦੁਸਤਾਨ ਔਰ ਪਾਕਿਸਤਾਨ ਦੀ ਆਪਸ 'ਚ ਵੰਡ ਹੋ ਗਈ। ਵੰਡ ਦੇ ਸਮੇਂ ਤਕਰੀਬਨ ਉਸ ਟਾਈਮ ਮੇਰੀ ਉਮਰ 11 ਸਾਲ ਦਾ ਲਗਭਗ ਸੀ।
ਇੰਨਾ ਜ਼ਬਰਦਸਤ ਸਾਨੂੰ ਝਟਕਾ ਲੱਗਾ ਉਸ ਟਾਈਮ 'ਤੇ। ਮੈਂ ਔਰ ਮੇਰੇ ਪਿਤਾ ਜੀ ਆਪਣੇ ਖੇਤ ਵਿੱਚ ਕੰਮ ਕਰ ਰਹੇ ਸੀ। ਕੰਮ ਕਰਦਿਆਂ ਕਰਦਿਆਂ ਸਾਡੇ ਨਾਲ ਵੱਡੀ ਸ਼ੂਕ ਸੀ, ਤਕਰੀਬਨ 1 ਕਿਲੋਮੀਟਰ ਦੂਰ ਸੀ। ਉੱਥੇ ਪਹਿਲਾ ਹਮਲਾ ਮੁਸਲਮਾਨਾਂ ਨੇ ਉੱਥੇ ਕੀਤਾ। ਉਸ ਮੁਸਲਮਾਨ ਜਥੇ ਦਾ ਜਿਹੜਾ ਇੰਚਾਰਜ ਸੀਗਾ, ਉਸ ਪਾਰਟੀ ਦਾ ਇੰਚਾਰਜ ਇੱਕ ਧੁਰੇ ਸ਼ਾਹ ਸੀਗਾ, ਬਦਮਾਸ਼। ਉਸ ਨੇ ਆਪਣੀ ਪਾਰਟੀ ਨਾਲ ਉੱਥੇ ਹਮਲਾ ਕੀਤਾ, ਲੋਕਾਂ ਨੂੰ ਮਾਰਿਆ, ਕੁੱਟਿਆ, ਲੁੱਟਿਆ। ਅਤੇ ਉਸ ਤੋਂ ਬਾਅਦ ਸਾਡਾ ਪਿੰਡ 'ਤੇ ਉਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਹੁਣ ਇਸ ਪਿੰਡ ਨੂੰ ਲੁੱਟਾਂਗੇ ਚੱਲ ਕੇ। ਢੋਲ ਵਜਾਉਂਦਾ ਆਪਣੀ ਪਾਰਟੀ ਦੇ ਨਾਲ, ਤਕਰੀਬਨ ਉਹਦੇ 70-80 ਬੰਦੇ ਦੇ ਨਾਲ ਉਹਨੇ ਆ ਕੇ ਸਾਡੇ ਪਿੰਡ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਫਾਦਰ ਸਾਹਿਬ ਮੈਨੂੰ ਕਹਿ ਦਿੱਤਾ ਕਿ ਤੂੰ ਹੁਣ ਪਿੰਡ ਚਲੇ ਜਾ, ਇੱਥੇ ਪਤਾ ਨਹੀਂ ਕੀ ਹੋਣ ਵਾਲਾ, ਤੂੰ ਭਰ ਚਲੇ ਜਾ। ਚਲੋ ਮੈਂ ਔਰ ਮੇਰੇ ਪਿਤਾ ਜੀ ਆਪਣੇ ਘਰ ਆ ਗਏ। ਘਰ ਆ ਕੇ ਪਿੰਡ 'ਚ ਇਤਲਾਹ ਦੇ ਦਿੱਤੀ ਕਿ ਮੁਸਲਮਾਨ ਸਾਡੇ 'ਤੇ ਹਮਲਾ ਕਰਨ ਵਾਲੇ ਨੇ ਔਰ ਪਿੰਡ ਦੇ ਵਿੱਚੋਂ ਤੁਸੀਂ ਜਿਹੜੇ ਸਾਰੇ ਹੁਸ਼ਿਆਰ ਹੋ ਜਾਓ। ਤਕਰੀਬਨ ਸਾਡੇ ਪਿੰਡ ਦੇ ਵਿੱਚ ਜੱਟ ਸਿੱਖਾਂ ਦੇ ਪਿੰਡ 'ਚ ਘਰ ਸਨ, 30-35 ਘਰ ਸਨ ਔਰ 2 ਬਾਹਮਣਾਂ ਦੇ ਘਰ ਸਨ, 2 ਇਸ ਝਿਊਰਾਂ ਦੇ ਘਰ ਸਨ, ਬਾਕੀ ਸਾਰੀ ਮੁਸਲਮਾਨ ਬਰਾਦਰੀ ਸੀ। ਸਾਰੇ ਜਿਹੜੇ ਬਾਹਰ ਗਏ ਹੋਏ ਸਨ ਸਾਰੇ ਸਾਵਧਾਨ ਹੋ ਗਏ, ਆਪਣੇ ਆਪਣੇ ਕੋਠਿਆਂ 'ਤੇ ਚੜ੍ਹ ਗਏ। ਕਿਸੇ ਨੇ ਇੱਟਾਂ ਰੱਖ ਲਈਆਂ, ਜਿਹਦੇ ਕੋਲ ਜੋ ਹਥਿਆਰ ਸੀ ਲੈ ਕੇ ਆਪਣੇ ਆਪਣੇ ਮਕਾਨਾਂ ਦੇ ਛੱਤਾਂ ਚੜ੍ਹ ਗਏ। ਉਸ ਤੋਂ ਬਾਅਦ ਜਿਹੜੀ ਸਾਡੇ ਮੁਸਲਮਾਨ ਬਰਾਦਰੀ ਸੀ, ਜੱਟ ਬਰਾਦਰੀ, ਉਹ ਇੱਕ ਬਹੁਤ ਚੰਗੀ ਬਰਾਦਰੀ ਸੀ, ਜਿਨ੍ਹਾਂ ਦੇ ਨਾਲ ਸਾਡੀ ਵਰਤਣ ਵਗੈਰਾ ਇਹ ਸ਼ੁਰੂ ਤੋਂ ਚੱਲੀ ਆਉਂਦੀ ਸੀ ਕਿ ਇੱਕ ਦੂਸਰੇ ਵਿਆਹ ਸ਼ਾਦੀਆਂ 'ਚ ਵੀ ਜਾਣਾ, ਮਿਲਣਾ ਗਿਲਣਾ, ਆਪਸੀ ਭਾਈਚਾਰਾ ਚੰਗਾ ਸੀਗਾ। ਉਹਨਾਂ ਮੁਸਲਮਾਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਿੱਥੇ ਸਾਡੇ ਪਿੰਡ ਨੂੰ ਸੜਕ ਅੰਦਰ ਵੜਨ ਨੂੰ ਆਉਂਦੀ ਸੀਗੀ, ਉਸ ਚੌਰਸਤੇ 'ਤੇ ਜਾ ਕੇ ਇਕੱਠੇ ਹੋ ਗਏ ਔਰ ਉਹਨਾਂ ਨੇ ਧੁਰੇ ਸ਼ਾਹ ਨੂੰ ਉੱਥੇ ਜਾ ਕੇ ਕਿਹਾ ਕਿ ਧੁਰੇ ਸ਼ਾਹ, ਇਸ ਪਿੰਡ ਨੂੰ ਨਾ ਤੂੰ ਮਾਰ ਅਤੇ ਨਾ ਤੂੰ ਇਸ ਨੂੰ ਲੁੱਟ, ਕਿਉਂਕਿ ਇਹ ਸਾਡੀ ਆਪਣੀ ਬਰਾਦਰੀ ਹੈ। ਅਗਰ ਜੇ ਤੂੰ ਨਹੀਂ ਟਲਦਾ ਤਾਂ ਪਹਿਲਾਂ ਸਾਨੂੰ ਮਾਰ, ਉਸ ਤੋਂ ਬਾਅਦ ਇਸ ਪਿੰਡ 'ਤੇ ਹਮਲਾ ਕਰੀ, ਜੋ ਤੇਰੀ ਮਰਜ਼ੀ ਕਰੀ, ਕਿਉਂਕਿ ਇੱਥੇ ਇਹਨਾਂ ਦੀ ਆਬਾਦੀ ਬਹੁਤ ਘੱਟ ਹੈ, ਸਾਡੇ ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਵੇ ਇੱਥੇ। ਕੁਦਰਤੀ ਗੱਲ ਹੈ ਕਿ ਉਹਦੇ ਮਨ 'ਚ ਕੋਈ ਐਸਾ ਤਰਸ ਆ ਗਿਆ ਜਾਂ ਉਹ ਉਹਨਾਂ ਤੋਂ ਕੁਝ ਝਿਜਕ ਗਿਆ, ਉਹਨੇ ਆਪਣਾ ਰੁੱਖ ਜਿਹੜਾ ਸੀ ਉਸ ਦੂਸਰੇ ਪਾਸੇ ਬਦਲ ਲਿਆ। ਉੱਥੋਂ ਚੱਲਦਾ ਚੱਲਦਾ ਸ਼ਾਮ ਦੇ ਟਾਈਮ ਸਾਡੇ ਨਜ਼ਦੀਕ 6 ਕਿਲੋਮੀਟਰ ਦੂਰ 'ਤੇ ਇੱਕ ਜਲਾਲਪੁਰ ਜੱਟਾਂ ਪਿੰਡ ਸੀ। ਉਹ ਜਲਾਲਪੁਰ ਜੱਟਾਂ ਪਿੰਡ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਨੇ ਉੱਥੇ ਇੱਕ ਬੋਧ ਰਾਜ ਦਾ ਹਸਪਤਾਲ ਸੀ, ਉਸ ਨੂੰ ਅੱਗ ਲਾ ਦਿੱਤੀ, ਸਾੜ ਦਿੱਤਾ। ਉੱਥੇ ਲੋਕਾਂ ਨੂੰ ਮਾਰਿਆ, ਕੁੱਟਿਆ, ਲੁੱਟਿਆ, ਅੱਗਾਂ ਲਾ ਦਿੱਤੇ। ਜਿਹੜਾ ਸਾਡਾ ਪਿੰਡ ਸੀ ਡਰਿਆ ਹੋਇਆ ਸਾਰਾ ਆਪਣੇ ਆਪਣੇ ਛੱਤਾਂ 'ਤੇ ਚੜ੍ਹ ਕੇ ਬੈਠਾ ਸੀਗਾ। ਕੁਛ ਲੋਕ ਇੱਕ ਜਗ੍ਹਾ ਇਕੱਠੇ ਵੀ ਹੋ ਗਏ ਸਨ ਤਾਂ ਕਿ ਰਾਤ ਨੂੰ ਕਿਸੇ ਨੂੰ ਨੀਂਦਰ ਨਹੀਂ ਆਈ। ਉੱਥੇ ਸਾਰੀ ਰਾਤ ਇਹ ਤਮਾਸ਼ਾ ਵੇਖਦੇ ਰਹੇ, ਲੋਕਾਂ ਦੀ ਚੀਕ ਚਿਹਾੜ ਵੀ ਸੁਣਦੇ ਰਹੇ, ਲੋਕਾਂ ਦੇ ਅੱਗਾਂ ਲੱਗੀਆਂ ਵੀ ਸੜਦੇ ਵੇਖਦੇ ਰਹੇ ਅਤੇ ਆਪਣੇ ਆਪਣੇ ਛੱਤਾਂ 'ਤੇ ਬੈਠੇ ਰਹੇ। ਚਲੋ ਦਿਨ ਚੜ੍ਹ ਗਿਆ। ਦਿਨ ਚੜ੍ਹਨ ਤੋਂ ਬਾਅਦ ਕੁਛ 5-4 ਦਿਨ ਹੋਰ ਆਰਾਮ ਨਾਲ ਸ਼ਾਂਤੀ ਨਾਲ ਬੀਤ ਗਏ। ਉਸ ਤੋਂ ਬਾਅਦ ਇੱਕ ਦਿਨ ਫਿਰ ਸਾਨੂੰ ਖਬਰ ਇਹ ਮਿਲੀ ਕਿ ਅੱਜ ਇਸ ਛੋਟੀ ਸ਼ੌਕ ਦੇ ਉੱਤੇ ਇੱਕ ਬੜਾ ਤਗੜਾ ਹਮਲਾ ਹੋਣ ਵਾਲਾ ਹੈ, ਤਾਂ ਕਿ ਮੁਸਲਮਾਨਾਂ ਨੇ ਕਿਹਾ ਸਾਨੂੰ ਕਿ ਤੁਸੀਂ ਪਿੰਡ ਖਾਲੀ ਕਰਕੇ ਅਤੇ ਚਲੇ ਜਾਓ। ਪਿੰਡ ਖਾਲੀ ਕਰਤਾ, ਜਦ ਘਰਾਂ ਜੰਦਰੇ ਮਾਰਤੇ, ਮਾਲ ਡੰਗਰ ਜਗ੍ਹਾ ਸੀ ਉਹਨੂੰ ਅੰਦਰ ਬੰਨ੍ਹ ਦਿੱਤਾ। ਜੰਦਰੇ ਮਾਰ ਕੇ ਟੁਰ ਪਏ, ਇੱਕ ਕਾਫਲੇ ਦੇ ਰੂਪ 'ਤੇ ਟੁਰ ਪਏ। ਇਹ ਨਹੀਂ ਸੀ ਪਤਾ ਲੱਗਦਾ ਕਿ ਕਿਹੜੇ ਪਾਸੇ ਜਾਈਏ। ਚਫੇਰੇ ਮੁਸਲਮਾਨਾਂ ਦਾ ਜ਼ੋਰ ਸੀਗਾ ਔਰ ਉਹਨਾਂ ਮੁਸਲਮਾਨ ਜਿਹੜੀ ਬਰਾਦਰੀ ਸੀ ਉਹਨਾਂ ਕਿਹਾ ਕਿ ਅੱਜ ਦੀ ਰਾਤ ਤੁਸੀਂ ਕਿਤੇ ਬਾਹਰ ਟਪਾ ਦਿਓ, ਕਿਉਂਕਿ ਇੱਥੇ ਹਮਲਾ ਹੋਣ ਵਾਲਾ ਤਗੜਾ ਔਰ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ, ਕਿਉਂਕਿ ਇੱਥੇ ਆਬਾਦੀ ਸਾਡੀ ਬਹੁਤ ਥੋੜ੍ਹੀ ਹੈ। ਚਲਦੇ ਗਏ। ਜਿਹੜੇ ਬਜ਼ੁਰਗ ਸਨ ਸਾਡੇ ਵਿੱਚ, ਉਹਨਾਂ ਨੇ ਪਤਾ ਸੀ ਕਿ ਸਾਡੇ ਤੋਂ ਤਕਰੀਬਨ 3-4 ਕਿਲੋਮੀਟਰ ਦੂਰ 'ਤੇ ਇੱਕ ਹੰਜਰਾ ਪਿੰਡ ਹੈ, ਜਿਹੜਾ ਕਿ ਕਿਸੇ ਟਾਈਮ ਦੇ ਉੱਤੇ ਇਸ ਤਰ੍ਹਾਂ ਹੀ ਸਾਡੇ ਵਾਂਗ ਸਤਾਏ ਮੁਸਲਮਾਨਾਂ ਦਾ, ਅਤੇ ਉਹ ਮੁਸਲਮਾਨ ਬਣ ਚੁੱਕੇ ਸਨ। ਉਸ ਤੋਂ ਪਹਿਲਾਂ ਉਹ ਸਾਰੇ ਹਿੰਦੂ ਸਨ ਸਾਰੇ। ਉਹ ਚਲਦੇ ਗਏ। ਸਾਨੂੰ ਇਸ ਤਰ੍ਹਾਂ ਪਤਾ ਲੱਗਦਾ ਸੀ ਕਿ ਮੌਤ ਨੇ ਸਾਨੂੰ ਚਾਰੋਂ ਤਰਫ ਘੇਰਾ ਪਾਇਆ ਹੋਇਆ ਹੈ ਅਤੇ ਪਤਾ ਨਹੀਂ ਕਿੱਥੇ ਸਾਨੂੰ ਮਾਰ ਦੇਣਗੇ, ਕੋਈ ਸਮਝ ਨਹੀਂ ਸੀ ਆਉਂਦੀ। ਚਲਦੇ ਗਏ। ਚਲਦੇ ਅਸੀਂ ਉਸ ਪਿੰਡ ਪਹੁੰਚ ਗਏ। ਹੰਜਰਾਵਾਂ ਪਿੰਡ ਪਹੁੰਚ ਕੇ ਅਤੇ ਉਸ ਬਰਾਦਰੀ ਨੇ ਸਾਡਾ ਬੜਾ
ਅਹਿਸਾਸ ਦਿੱਤਾ ਸਾਨੂੰ, ਔਰ ਉਹਨਾਂ ਨੇ ਸਾਨੂੰ ਬੜਾ ਹੌਸਲਾ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਕਿ ਅਸੀਂ ਇੱਥੇ ਹਾਂ, ਤੁਹਾਡੇ ਵੱਲ ਕੋਈ ਦੁਸ਼ਮਣ ਨਹੀਂ ਵੇਖ ਸਕਦਾ। ਉੱਥੋਂ ਚੱਲਦੇ ਗਏ, ਪਿੰਡ ਵਿੱਚ ਚਲੇ ਗਏ, ਜਦੋਂ ਵੜ ਗਏ ਪਿੰਡ ਵਿੱਚ, ਉਹਨਾਂ ਨੇ ਸਾਨੂੰ ਆਪਣੀ ਆਪਣੀ ਜਗ੍ਹਾ ਦੇ ਦਿੱਤੀ ਰਹਿਣ ਵਾਸਤੇ, ਔਰ ਰਾਸ਼ਨ ਪਾਣੀ ਉਹਨਾਂ ਨੇ ਸਾਨੂੰ ਸੁੱਕਾ ਦੇ ਦਿੱਤਾ ਕਿ ਤੁਸੀਂ ਇਹ ਰਾਸ਼ਨ ਪਾਣੀ ਆਪ ਪਕਾਓ ਔਰ ਆਪ ਹੀ ਖਾਓ, ਕੱਲ੍ਹ ਨੂੰ ਤੁਹਾਨੂੰ ਇਹ ਨਾ ਕੋਈ ਕਹੇ ਕਿ ਤੁਸੀਂ ਮੁਸਲਮਾਨ ਦੇ ਘਰ ਦਾ ਰੋਟੀ ਖਾਧੀ ਹੈ। ਚਲੋ ਸਾਰੀ ਰਾਤ ਉੱਥੇ ਗੁਜ਼ਾਰੀ, ਦੂਸਰੀ ਰਾਤ ਵੀ ਉੱਥੇ ਗੁਜ਼ਾਰੀ, ਤੀਸਰੀ ਰਾਤ ਆਪਣੇ ਪਿੰਡ ਅਸੀਂ 2-3 ਬੰਦੇ ਭੇਜੇ ਕਿ ਜਾ ਕੇ ਪਿੰਡ ਦੀ ਖਬਰ ਲਿਆਓ ਕਿ ਪਿੰਡ ਦਾ ਕੀ ਹਾਲ ਹੈ। ਉੱਥੇ ਜਾ ਕੇ ਪਿੰਡ ਵੇਖਿਆ, ਪਿੰਡ ਸੇਫ ਸੀਗਾ, ਸਾਰੇ ਘਰ ਸੇਫ ਸਨ। ਔਰ ਉਸ ਮੁਸਲਮਾਨ ਬਰਾਦਰੀ ਨੂੰ ਮਿਲੇ, ਮੁਸਲਮਾਨ ਬਰਾਦਰੀ ਨੇ ਕਿਹਾ ਕਿ ਤੁਸੀਂ ਹੁਣ ਘਰ ਆ ਜਾਓ ਵਾਪਸ, ਤੁਹਾਨੂੰ ਇੱਥੇ ਕੋਈ ਖਤਰਾ ਨਹੀਂ, ਤੁਸੀਂ ਆਪਣੇ ਘਰ ਆਰਾਮ ਨਾਲ ਰਹੋ ਆ ਕੇ। ਤੀਸਰੇ ਦਿਨ ਅਸੀਂ ਉੱਥੋਂ ਫਿਰ ਕਾਫਲੇ ਦੇ ਰੂਪ ਵਿੱਚ ਆਪਣੇ ਪਿੰਡ ਵਾਪਸ ਆ ਗਏ। ਪਿੰਡ ਆ ਕੇ ਫਿਰ ਉਹਨਾਂ ਲੋਕਾਂ ਨੇ ਸਾਨੂੰ, ਮੁਸਲਮਾਨ ਬਰਾਦਰੀ ਨੇ ਕਿਹਾ ਕਿ ਤੁਸੀਂ ਹੁਣ ਹਿੰਦੁਸਤਾਨ ਚਲੇ ਜਾਓ, ਇੱਥੇ ਦਿਨ ਦਿਨ ਮੁਸਲਮਾਨਾਂ ਦਾ ਜ਼ੋਰ ਵੱਧਦਾ ਜਾ ਰਿਹਾ ਹੈ। ਅਸੀਂ ਕੁਝ ਸਾਡੇ 'ਚ ਮੋਤਬਰ ਆਦਮੀ ਸਨ ਜਿਨ੍ਹਾਂ ਨੇ 6 ਕਿਲੋਮੀਟਰ ਦੂਰ ਗੁਜਰਾਤ ਕੈਂਪ ਸੀਗਾ ਮਿਲਟਰੀ ਦਾ, ਉੱਥੇ ਉਹਨਾਂ ਨੂੰ ਅਪਰੋਚ ਕੀਤੀ, ਜਿੱਥੇ ਉਹਨਾਂ ਨੂੰ ਮਿਲਟਰੀ 'ਚ ਰਿਪੋਰਟ ਜਾ ਕੇ ਦਰਜ ਕਰਵਾਈ ਤਾਂ ਕਿ 30-35 ਘਰ ਨੇ ਇਹਨਾਂ ਦਾ ਕੱਢਣ ਦਾ ਬੰਦੋਬਸਤ ਕੀਤਾ ਜਾਏ। ਤੀਸਰੇ ਦਿਨ ਉੱਥੇ ਮਿਲਟਰੀ ਆ ਗਈ ਔਰ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਜਿੰਨੇ ਵੀ ਪਿੰਡ ਦੇ ਬੰਦੇ ਨੇ ਸਾਰੇ ਫਲਾਣੀ ਜਗ੍ਹਾ ਕਬਰਾਂ ਸਨ ਮੁਸਲਮਾਨਾਂ ਦੀਆਂ, ਉੱਥੇ ਇਕੱਠੇ ਹੋ ਜਾਓ। ਉਹਨਾਂ ਕੋਲ ਇੱਕ ਗੱਡੀ ਸੀ, ਹਰ ਘਰ ਦੇ ਵਿੱਚੋਂ ਇੱਕ ਨਗ ਬੰਨ੍ਹ ਲਓ, ਕੋਈ ਬਿਸਤਰਾ ਲੈ ਲੇ, ਕੋਈ ਬੋਰੀ ਪਾ ਲੇ, ਕੋਈ ਬਕਸਾ ਲੈ ਲੇ, ਜਿਸ ਮਰਜ਼ੀ ਇੱਕ ਨਗ ਤੋਂ ਵੱਧ ਨਾ ਕਿਸੇ ਦਾ ਹੋਵੇ। ਚਲੋ ਜੋ ਕਿਸੇ ਦਾ ਕੱਪੜਾ ਸੀਗਾ ਥੋੜ੍ਹੇ ਬਹੁਤੇ ਚੁੱਕ ਲਏ, ਸਾਰੇ ਇਕੱਠੇ ਹੋ ਗਏ। ਉੱਥੇ ਵੀ ਇਹ ਖਤਰਾ ਸੀਗਾ ਕਿ ਇੱਕ ਅਫਸਰ ਨਾਲ ਸੀ, 6-7 ਉਹਦੇ ਨਾਲ ਹੋਰ JCO ਜਾਂ ਜਵਾਨ ਨਾਲ ਸਨ, ਬਹੁਤ ਘੱਟ ਗਿਣਤੀ ਸੀ ਉਹਨਾਂ ਦੀ ਵੀ। ਉਸ ਟਾਈਮ ਗਰਮੀ ਬਹੁਤ ਸੀ, ਅਗਸਤ ਦਾ ਮਹੀਨਾ ਸੀ, ਗਰਮੀ ਬਹੁਤ ਸੀਗੀ, ਸਾਨੂੰ ਕਿਤੋਂ ਪਾਣੀ ਪੀਣ ਨੂੰ ਵੀ ਨਾ ਮਿਲੇ। ਅਸੀਂ ਉੱਥੇ ਦੀਆਂ ਛੱਪੜੀਆਂ ਦਾ ਪਾਣੀ ਜਿਹੜਾ ਸੀ ਬਰਸਾਤ ਦੇ ਪਾਣੀ ਦਾ, ਉਹ ਪੀਤਾ। ਉੱਥੋਂ ਪੀ ਕੇ ਉਹਨਾਂ ਨੇ ਕਿਹਾ ਵੀ ਸਮਾਨ ਨਾਲ ਗੱਡੀ ਭਰੀ ਗਈ ਹੈ, ਤੁਸੀਂ ਇੰਝ ਕਰੋ ਹੁਣ ਤੁਸੀਂ ਪੈਦਲ ਚੱਲ ਪਵੋ, ਅਸੀਂ ਸਮਾਨ ਲੈ ਕੇ ਤੁਹਾਡੀ ਗੱਡੀ ਜਿਹੜੀ ਅੱਗੇ ਚੱਲਦੀ ਹੈ। ਚਲੋ ਉਹ ਸਾਡੇ ਜਾਣ ਤੋਂ ਪਹਿਲਾਂ ਗੱਡੀ 'ਤੇ ਪਹੁੰਚ ਗਈ। ਗੁਜਰਾਤ ਕੈਂਪ ਸੀਗਾ, ਕੈਂਪ ਦੇ ਵਿੱਚ ਲਿਆ ਕੇ ਉਹਨਾਂ ਨੇ ਸਾਡਾ ਸਮਾਨ ਬਾਹਰ ਉਤਾਰ ਦਿੱਤਾ। ਜਦੋਂ ਅਸੀਂ ਕੈਂਪ ਦੇ ਵਿੱਚ ਪਹੁੰਚੇ ਤੇ ਜਾ ਕੇ ਵੇਖਿਆ ਕਿ ਸਾਡਾ ਸਮਾਨ, ਕਿਸੇ ਦਾ ਸਮਾਨ ਹੈ ਸੀ ਜਾਂ ਕਈਆਂ ਦਾ ਗਾਇਬ ਹੋ ਚੁੱਕਾ ਸੀ ਸਮਾਨ। ਸਾਡੇ ਉੱਥੇ ਇੱਕ ਕੱਪੜਿਆਂ ਦੀ ਬੋਰੀ ਸੀਗੀ, ਉਹ ਸਾਨੂੰ ਬੋਰੀ ਵੀ ਨਹੀਂ ਮਿਲੀ, ਸਾਡੇ ਕੋਈ ਕੱਪੜਾ ਟੱਕ ਹੀ ਨਹੀਂ ਸੀਗਾ। ਜਿਹੜੇ ਅਸੀਂ 3 ਕੱਪੜੇ ਜਿਸਮ 'ਤੇ ਪਾਏ ਹੋਏ ਸਨ ਉਹੀ ਕੱਪੜੇ ਸਨ। ਕੈਂਪ ਦੇ ਅੰਦਰ ਇੰਟਰ ਹੋ ਗਏ। ਅੰਦਰ ਜਾਣ ਤੋਂ ਬਾਅਦ ਵੇਖਿਆ ਕਿ ਉੱਥੇ ਕੋਈ ਸਫਾਈ ਨਹੀਂ ਸੀ, ਬਹੁਤ ਲੋਕ ਅੰਦਰ ਭਰੇ ਹੋਏ ਸਨ, ਕਿਤੇ ਲੇਟਣ ਨੂੰ ਵੀ ਜਗ੍ਹਾ ਨਹੀਂ ਸੀ, ਕੋਈ ਖਾਸ ਪਾਣੀ ਦਾ ਬੰਦੋਬਸਤ ਨਹੀਂ ਸੀ, ਅੰਦਰ ਗੰਦਗੀ ਬਹੁਤ ਸੀਗੀ। ਤਕਰੀਬਨ ਅਸੀਂ ਉਹਨਾਂ ਇਹ ਕਿਹਾ ਸਾਨੂੰ ਕਿ ਤੁਸੀਂ ਬਾਹਰ ਰੋਡ 'ਤੇ ਨਹੀਂ ਨਿਕਲਣਾ, ਸੜਕ 'ਤੇ ਕਿਸੇ ਪਾਸੇ ਨਹੀਂ ਨਿਕਲਣਾ, ਕਿਉਂਕਿ ਬਾਹਰ ਕਰਫਿਊ ਲੱਗਾ ਰਹਿੰਦਾ ਸੀ, ਬਾਹਰ ਸੜਕ 'ਤੇ ਗੋਲੀ ਚੱਲਦੀ ਰਹਿੰਦੀ ਸੀ। ਇਸ ਵਾਸਤੇ ਅਸੀਂ ਫਿਰ ਉੱਥੇ ਅੰਦਰ ਹੀ ਰਹਿਣ ਲੱਗ ਪਏ। ਜਿਹਨੇ 6-7 ਦਿਨ ਗੁਜ਼ਾਰੇ। 6-7 ਦਿਨ ਤੋਂ ਬਾਅਦ ਇੱਕ ਟ੍ਰੇਨ, ਸਪੈਸ਼ਲ ਟ੍ਰੇਨ ਜਿਹੜੀ ਸੀ ਗੁਜਰਾਤ ਰੇਲਵੇ ਸਟੇਸ਼ਨ 'ਤੇ ਲੱਗੀ ਔਰ ਸਾਨੂੰ ਉਹਨਾਂ ਨੇ ਸਾਰੇ ਕੈਂਪ ਨੂੰ ਖਾਲੀ ਕਰਾ ਕੇ ਆਰਮੀ ਦੇ ਅੰਡਰ ਰੇਲਵੇ ਸਟੇਸ਼ਨ ਤੱਕ ਲੈ ਗਏ ਔਰ ਜਾ ਕੇ ਕਿਹਾ ਕਿ ਟ੍ਰੇਨ ਲੱਗੀ ਹੈ, ਸਾਰੇ ਜਾ ਕੇ ਤੁਸੀਂ ਇਸ ਵਿੱਚ ਬੈਠ ਜਾਓ। ਚਲੋ ਸਾਰੇ ਜਿੰਨਾ ਵੀ ਕੈਂਪ ਸੀ ਖਾਲੀ ਹੋ ਗਿਆ, ਜਾ ਕੇ ਟ੍ਰੇਨ 'ਚ ਬੈਠ ਗਏ। ਬੈਠੇ ਤਾਂ ਬੜੇ ਔਖੇ ਕਿਉਂਕਿ ਟ੍ਰੇਨ ਛੋਟੀ ਸੀਗੀ, ਪਬਲਿਕ ਜ਼ਿਆਦਾ ਸੀਗੀ। ਜਿਹਦੇ ਵਿੱਚ ਰੇਲਵੇ ਸਟੇਸ਼ਨ 'ਤੇ ਫਿਰਦਿਆਂ ਮੇਰਾ ਛੋਟਾ ਭਰਾ ਸੁੱਚਾ ਸਿੰਘ ਕਿਤੇ ਉੱਥੋਂ ਸਾਡੇ ਤੋਂ ਅੱਗੇ ਪਿੱਛੇ ਹੋ ਗਿਆ, ਵਿਛੜ ਗਿਆ ਸਾਡੇ ਤੋਂ। ਔਰ ਮੇਰੇ ਫਾਦਰ ਸਾਹਿਬ ਕਹਿਣ ਲੱਗੇ ਕਿ ਅਗਰ ਸੁੱਚਾ ਸਿੰਘ ਨਹੀਂ ਮਿਲਦਾ ਤੇ ਮੈਂ ਹਿੰਦੁਸਤਾਨ ਨਹੀਂ ਜਾਵਾਂਗਾ। ਚਲੋ ਕਿਸ ਤਰ੍ਹਾਂ ਕਰਦਿਆਂ ਪੁੱਛਦਿਆਂ ਪਤਾ ਲੱਗ ਗਿਆ ਕਿ ਸੁੱਚਾ ਸਿੰਘ ਟ੍ਰੇਨ ਦੇ ਵਿੱਚ ਕਿ ਦੂਸਰੀ ਬੋਗੀ 'ਚ ਬੈਠਾ ਹੈ। ਉੱਥੋਂ ਫਿਰ ਆਹਿਸਤਾ ਟ੍ਰੇਨ ਜਿਹੜੀ ਹੈ ਉਹ ਚੱਲ ਪਈ। ਰਸਤੇ 'ਚ ਇੱਕ ਨਿਜ਼ਾਮਾਬਾਦ ਸਟੇਸ਼ਨ ਹੁੰਦਾ ਸੀ, ਜਿੱਥੇ ਗੱਡੀ ਨੂੰ ਰੋਕ ਕੇ, ਟ੍ਰੇਨ ਨੂੰ ਰੋਕ ਕੇ
ਉਹਨੂੰ ਕੱਟ ਦਿੱਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਖਾਲੀ ਟ੍ਰੇਨ ਲਾਸ਼ਾਂ ਦੀ ਭਰੀ ਅਟਾਰੀ ਨੂੰ ਭੇਜ ਦਿੱਤੀ ਜਾਂਦੀ ਸੀ। ਚਲੋ ਚਲਦੇ ਗਏ, ਨਿਜ਼ਾਮਾਬਾਦ ਵੀ ਨਿਕਲ ਗਿਆ ਸਟੇਸ਼ਨ, ਲਾਹੌਰ ਦੇ ਨਜ਼ਦੀਕ ਸਟੇਸ਼ਨ ਰੇਲ ਪਹੁੰਚੀ, ਡਬਲ ਲਾਈਨ ਸੀ, ਸ਼ਾਮ ਪੈ ਗਈ ਸੀ। ਉੱਥੇ ਜਿਹੜੇ ਡਰਾਈਵਰ ਸਨ, ਰੇਲਵੇ ਦੇ ਡਰਾਈਵਰ, ਉਹਨਾਂ ਨੇ ਕਿ ਟ੍ਰੇਨ ਨੂੰ ਇੱਕ ਲਾਈਨ ਦੇ ਉੱਤੇ ਖੜ੍ਹੇ ਕਰਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਸਵੇਰੇ ਆਵਾਂਗੇ, ਇੰਜਣ ਲੈ ਕੇ ਟ੍ਰੇਨ ਨੂੰ ਅੱਗੇ ਇੱਥੋਂ ਲੈ ਜਾਵਾਂਗਾ। ਜਿਹੜਾ ਸਾਡੇ ਨਾਲ ਕੈਪਟਨ ਸਾਹਿਬ ਸੀ ਇੰਚਾਰਜ, ਉਹ ਡੋਗਰਾ ਰੈਜੀਮੈਂਟ ਦੇ ਸਨ। ਉਹਨਾਂ ਨੇ ਉਹਨੂੰ ਕਿਹਾ ਵੀ ਡਰਾਈਵਰਾਂ ਨੂੰ ਕਿ ਦੇਖੋ ਬਈ ਤੁਸੀਂ ਟ੍ਰੇਨ ਲੰਮੀ ਹੈ, ਮੇਰੇ ਕੋਲ ਬੰਦੇ ਥੋੜ੍ਹੇ ਨੇ, ਮੈਂ ਇੰਨੀ ਹਿਫਾਜ਼ਤ ਨਹੀਂ ਕਰ ਸਕਾਂਗਾ, ਤੁਸੀਂ ਕਰੋ ਟ੍ਰੇਨ ਨੂੰ ਕੱਟ ਕੇ 2 ਹਿੱਸਿਆਂ 'ਚ ਖੜੀ ਕਰ ਦਿਓ। ਚਲੋ ਉਹਨਾਂ ਨੇ ਟ੍ਰੇਨ ਨੂੰ 2 ਹਿੱਸਿਆਂ 'ਚ ਖੜੀ ਕਰਤਾ, ਜਿਹਦੀ ਵਜ੍ਹਾ ਨਾਲ ਉਹਨਾਂ ਨੇ ਸਾਨੂੰ ਇਹ ਕਹਿਤਾ ਕੋਈ ਵੀ ਆਦਮੀ ਬਾਰੀ ਤੋਂ ਬੋਗੀ ਦੀ ਬਾਰੀ ਤੋਂ ਸਿਰ ਬਾਹਰ ਨਾ ਕੱਢੇ। ਰਾਤ ਨੂੰ ਉੱਥੇ ਹਮਲਾ ਹੋ ਸਕਦਾ, ਗੋਲੀ ਚੱਲ ਸਕਦੀ ਹੈ, ਤੁਸੀਂ ਆਪਣੇ ਆਪ ਨੂੰ ਅਗਰ ਸੇਫ ਰੱਖਣਾ ਅਤੇ ਇਸ ਤੋਂ ਥੱਲੇ ਥੱਲੇ ਰਹਿਣਾ। ਚਲੋ ਰਾਤ ਬੀਤਦੀ ਗਈ। ਉਸ ਕੈਪਟਨ ਸਾਹਿਬ ਨੇ ਉਹਦੇ ਨਾਲ ਜਿਹੜੇ ਹੈਲਪਰ ਸਨ, ਜਵਾਨ ਸਨ, ਜੇਸੀ ਸਨ, ਉਹਨਾਂ ਨੇ ਦੌੜ ਕੇ ਚਫੇਰ ਟ੍ਰੇਨ ਦੇ ਅਤੇ ਬੜੀ ਸਾਡੀ ਹਿਫਾਜ਼ਤ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਅਸੀਂ ਉਸ ਕੈਪਟਨ ਸਾਹਿਬ ਦਾ ਔਰ ਉਹਨਾਂ ਦੇ ਨਾਲ ਦੇ ਬੰਦਿਆਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਠੀਕ ਠਾਕ ਸਾਡੀ ਟ੍ਰੇਨ ਨੂੰ ਰਵਾਨਾ ਕੀਤਾ ਅੱਗੇ ਦੂਸਰੇ ਦਿਨ। ਔਰ ਮੈਂ ਉਸ ਮੁਸਲਮਾਨ ਬਰਾਦਰੀ ਦਾ ਖਾਸ ਤੌਰ 'ਤੇ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਕਿ ਸਾਨੂੰ ਆਪਣੇ ਪਿੰਡ ਤੋਂ ਲੈ ਕੇ ਗੁਜਰਾਤ ਰਿਫਿਊਜੀ ਕੈਂਪ ਤੱਕ ਸਾਨੂੰ ਠੀਕ ਠਾਕ ਪਹੁੰਚਾਇਆ ਔਰ ਸਾਡੀ ਇਹ ਵੀ ਮਦਦ ਕੀਤੀ ਕਿ ਹਿੰਦੁਸਤਾਨ ਤੁਸੀਂ ਰਾਜੀ ਖੁਸ਼ੀ ਪਹੁੰਚ ਜਾਓ। ਚਲਦੇ ਗਏ, ਟ੍ਰੇਨ ਚੱਲੀ, ਲਾਹੌਰ ਟੱਪ ਗਈ, ਦੂਸਰੇ ਦਿਨ ਅਟਾਰੀ ਆ ਗਿਆ। ਅਟਾਰੀ ਬਾਰਡਰ ਦੇ ਉੱਤੇ ਆ ਕੇ ਜੈ ਭਾਰਤ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਸਾਨੂੰ ਅਹਿਸਾਸ ਹੋ ਗਿਆ ਕਿ ਅਸੀਂ ਹੁਣ ਆਪਣੀ ਜਗ੍ਹਾ ਸੇਫ ਆ ਗਏ ਹਾਂ, ਹੁਣ ਸਾਨੂੰ ਕੋਈ ਖਤਰਾ ਨਹੀਂ, ਅਸੀਂ ਹਿੰਦੁਸਤਾਨ ਪਹੁੰਚ ਗਏ ਹਾਂ। ਟ੍ਰੇਨ ਉੱਥੋਂ ਅਟਾਰੀ ਬਾਰਡਰ ਤੋਂ ਚੱਲੀ, ਅੰਮ੍ਰਿਤਸਰ ਆਏ। ਅੰਮ੍ਰਿਤਸਰ ਵੇਖਿਆ ਕਿ ਬਹੁਤ ਦੁਨੀਆ ਸੜ ਰਹੀ ਸੀ, ਅੱਗਾਂ ਲੱਗੀਆਂ ਹੋਈਆਂ ਸਨ, ਬਿਮਾਰੀ ਫੈਲੀ ਹੋਈ ਸੀ। ਉੱਥੇ ਵੀ ਉਤਰਨ ਨੂੰ ਜੀ ਨਾ ਕੀਤਾ। ਉਸ ਤੋਂ ਬਾਅਦ ਟ੍ਰੇਨ ਚੱਲੀ, ਲੁਧਿਆਣੇ ਆਈ। ਲੁਧਿਆਣੇ ਤੋਂ ਪਹਿਲਾਂ ਬਿਆਸ ਸਟੇਸ਼ਨ, ਸਤਲੁਜ ਸਟੇਸ਼ਨ, ਰੇਲਵੇ ਬਿਆਸ ਦਰਿਆ, ਸਤਲੁਜ ਦਰਿਆ ਇਹ ਆਏ। ਇਹਨਾਂ ਦੇ ਵੇਖਿਆ ਕਿ ਬਹੁਤ ਸਾਰੀ ਦੁਨੀਆ ਰੁੜੀ ਹੈ, ਗੱਡੇ ਰੁੜੇ ਨੇ, ਮਾਲ ਡੰਗਰ ਰੁੜਿਆ ਆ ਰਿਹਾ, ਲਾਸ਼ਾਂ ਵਿੱਚ ਪਈਆਂ ਨੇ, ਕੋਈ ਰੇਲਵੇ ਲਾਈਨਾਂ 'ਤੇ ਲਾਸ਼ਾਂ ਪਈਆਂ ਨੇ। ਉੱਥੇ ਵੀ ਉਤਰਨ ਨੂੰ ਜੀ ਨਾ ਕੀਤਾ। ਲੁਧਿਆਣੇ ਆ ਕੇ ਸਾਡੀ ਛੋਟੀ ਭੈਣ ਸੀ, ਉਹ ਚਲਾਣਾ ਕਰ ਗਈ ਅਤੇ ਸਾਡੇ ਕੋਲ ਇੱਥੇ ਇਹ ਵੀ ਕੱਪੜਾ ਵੀ ਨਹੀਂ ਸੀ ਇੱਕ ਕਿ ਅਸੀਂ ਉਹਨੂੰ ਤਾਂ ਕਫਨ ਨਹੀਂ ਪਾ ਸਕਦੇ। ਉੱਥੋਂ ਫਿਰ ਟ੍ਰੇਨ ਅੱਗੇ ਰਵਾਨਾ ਹੋਈ। ਇੱਕ ਸਾਡੇ ਪਿੰਡ ਦੇ ਮੁਲਾਜ਼ਮ ਸਨ ਜਿਹੜੇ ਕਿ DC ਆਫਿਸ 'ਚ ਅੰਬਾਲੇ ਸਨ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਅੰਬਾਲੇ ਆ ਜਾਓ ਔਰ ਅੰਬਾਲੇ ਆ ਕੇ ਮੈਂ ਤੁਹਾਨੂੰ ਇੱਥੇ ਪੂਰੀ ਹਿਫਾਜ਼ਤ ਨਾਲ ਤੁਹਾਨੂੰ ਰੱਖਾਂਗੇ ਔਰ ਤੁਹਾਨੂੰ ਇੱਕ ਚੰਗਾ ਪਿੰਡ ਅਲਾਟ ਕਰਕੇ ਦਿਆਂਗੇ ਅਸੀਂ। ਚਲੋ ਅਸੀਂ ਚਲਦੇ ਅੰਬਾਲੇ ਆ ਗਏ। ਅੰਬਾਲੇ ਆ ਕੇ ਰੇਲਵੇ ਸਟੇਸ਼ਨ ਤੋਂ ਬਾਹਰ ਅਸੀਂ ਉਤਰ ਕੇ GT ਰੋਡ 'ਤੇ ਜਾ ਕੇ ਆਪਣੇ ਨਿੰਮ ਦੇ ਦਰੱਖਤ ਸਨ, ਉਹਨਾਂ ਥੱਲੇ ਡੇਰਾ ਲਾ ਲਿਆ, ਉਹਨਾਂ ਥੱਲੇ ਬੈਠ ਗਏ। ਅਤੇ ਹੋਰ ਕੋਈ ਜ਼ਰੀਆ ਨਹੀਂ ਸੀ ਉੱਥੇ, ਕੋਈ ਪਾਣੀ ਦਾ ਬੰਦੋਬਸਤ ਨਹੀਂ ਸੀ, ਕੋਈ ਸਰਕਾਰ ਤਰਫੋਂ ਲੰਗਰ ਦਾ ਬੰਦੋਬਸਤ ਨਹੀਂ ਸੀ। ਬਸ ਇਸ ਤਰ੍ਹਾਂ ਹੀ ਸਾਡੇ ਨਾ ਕੋਈ ਕੱਪੜਾ ਸਾਡੇ ਕੋਲ ਕਿ ਜਿਹੜਾ ਅਸੀਂ ਕੱਪੜਾ ਥੱਲੇ ਵਿਛਾ ਲਈਏ ਜਾਂ ਉੱਤੇ ਲੈ ਲਈਏ। ਕੁਦਰਤੀ ਗੱਲ ਹੈ, ਗਰਮੀ ਦੇ ਦਿਨ ਸਨ, ਮੱਛਰ ਬਹੁਤ ਲੜਦੇ ਸਨ। ਉਸ ਤੋਂ ਬਾਅਦ ਰੋਟੀ ਦਾ ਕੋਈ ਬੰਦੋਬਸਤ ਨਹੀਂ ਸੀ। ਕੋਈ ਸ਼ਹਿਰ ਦੇ ਲੋਕ ਸਨ ਜਿਹੜੇ ਕਿ ਕਿਸੇ ਟਾਈਮ ਲੰਗਰ ਪਕਾ ਕੇ ਲਿਆਉਂਦੇ ਸਨ। ਕੋਈ ਸਾਡੇ ਫੌਜੀ ਵੀਰ ਸਨ ਉੱਥੇ ਜਿਹੜੇ ਕਿ ਲੰਗਰ ਲਿਆਉਂਦੇ ਸਨ ਔਰ ਲੰਗਰ ਵਰਤਾਉਂਦੇ ਸਨ। ਕਿਸੇ ਨੂੰ ਕੋਈ ਰੋਟੀ ਇੱਕ ਮਿਲ ਜਾਂਦੀ ਸੀ, ਕਿਸੇ ਨੂੰ ਨਹੀਂ ਸੀ ਮਿਲਦੀ। ਇਸ ਤਰ੍ਹਾਂ ਤਕਰੀਬਨ ਸਾਡਾ ਹਫ਼ਤਾ ਉੱਥੇ ਗੁਜ਼ਰ ਗਿਆ। ਇੱਕ ਦਿਨ
ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਇਸ ਇਲਾਕੇ 'ਚ ਕੋਈ ਪਿੰਡ ਸਿਲੈਕਟ ਕਰ ਲਓ, ਜਿਹੜੇ ਪਿੰਡ 'ਚ ਤੁਸੀਂ ਬੈਠਣਾ ਚਾਹੁੰਦੇ ਹੋ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉੱਥੇ ਚਲੇ ਜਾਓ। ਅਸੀਂ ਉੱਥੋਂ ਕੁਛ ਸਾਡੇ ਜਿਹੜੇ ਮੋਹਤਬਰ ਆਦਮੀ ਸਨ, ਉਹਨਾਂ ਨੇ ਜਾ ਕੇ ਪਿੰਡਾਂ ਦਾ ਕੁਛ ਵੇਖੇ, ਜਿਨ੍ਹਾਂ 'ਚੋਂ ਇੱਕ ਪਿੰਡ ਇਹਨਾਂ ਨੂੰ ਪਸੰਦ ਆ ਗਿਆ, ਤੇਪਲਾ ਪਿੰਡ, ਅੰਬਾਲੇ ਕੈਂਟ ਤੋਂ 10 ਕਿਲੋਮੀਟਰ ਦੂਰ ਸਹਾਰਨਪੁਰ ਰੋਡ ਦੇ ਉੱਤੇ ਹੀ ਸੀਗਾ, ਜਿਹੜਾ ਕਿ ਉਹਨਾਂ ਨੂੰ ਉੱਥੇ ਪਸੰਦ ਆ ਗਿਆ ਕਿ ਪਿੰਡ ਰੇਲਵੇ ਸਟੇਸ਼ਨ ਤੋਂ ਵੀ ਨੇੜੇ ਹੈ, ਸ਼ਹਿਰ ਤੋਂ ਵੀ ਨੇੜੇ ਹੈ, ਔਰ ਮੇਨ ਰੋਡ ਤੋਂ ਵੀ ਨੇੜੇ ਹੈ। ਫਸਲ ਉਸ ਟਾਈਮ ਬਰਾਨੀ ਸੀ, ਚੰਗੀ ਖੜੀ ਸੀ ਉੱਥੇ। ਚਲੋ ਅਸੀਂ ਸਾਰੇ ਉਸ ਪਿੰਡ ਵਿੱਚ ਚਲੇ ਗਏ। ਉਸ ਪਿੰਡ ਦੇ ਵਿੱਚ ਲਬਾਣਾ ਬਰਾਦਰੀ ਬੈਠੀ ਸੀ, ਜਿਨ੍ਹਾਂ ਨੂੰ ਕਿ ਪਹਿਲਾਂ ਸਾਰੇ ਘਰ ਉਹਨਾਂ ਨੇ ਮੱਲੇ ਹੋਏ, ਸਾਨੂੰ ਕਿਤੇ ਜਗ੍ਹਾ ਨਾ ਮਿਲੀ। ਸਾਡੇ ਪਿੰਡ ਦਾ ਇੱਕ ਬਾਊ ਇਕਬਾਲ ਸਿੰਘ ਸੀ, ਜਿਹੜੇ ਕਿ ਉਹਨਾਂ ਨੇ ਫੌਜ ਦੇ ਵਿੱਚੋਂ ਵਲੰਟੀਅਰ ਰਿਟਾਇਰਮੈਂਟ ਲੈ ਕੇ ਇਹ ਸੋਚਿਆ ਕਿ ਮੇਰੇ ਪਾਕਿਸਤਾਨ 'ਚੋਂ ਮੇਰੀ ਬਰਾਦਰੀ ਆਈ ਹੈ ਤਾਂ ਕਿ ਮੈਂ ਇਹਨਾਂ ਦੀ ਕੋਈ ਸੇਵਾ ਕਰ ਸਕਾਂ। ਉਹਨਾਂ ਨੇ ਅੱਛੇ ਪੜ੍ਹੇ ਲਿਖੇ ਸਨ ਔਰ ਬੜੀ ਜ਼ਰੂਰਤ ਰੱਖਦੇ ਸਨ ਗੱਲਬਾਤ ਕਰਨ ਦੀ। ਕਿਸੇ ਪੁਲਿਸ ਵਾਲੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਬਾਊ ਇਕਬਾਲ ਸਿੰਘ ਨਾਲ ਕੋਈ ਗੱਲ ਕਰ ਜਾਏ। ਉਸ ਤੋਂ ਬਾਅਦ ਉਹਨਾਂ ਲਬਾਣੇ ਬਰਾਦਰੀ ਨੂੰ ਕਿਹਾ, ਉਹਨਾਂ ਵੀ ਪਿੰਡ ਇਹਨਾਂ ਨੂੰ ਅਲਾਟ ਹੈ, ਤੁਸੀਂ ਖਾਲੀ ਕਰ ਜਾਓ, ਤੁਹਾਨੂੰ ਇੱਥੇ ਨਜ਼ਦੀਕ ਟਮਰੌਲੀ ਪਿੰਡ ਅਲਾਟ, ਤੁਸੀਂ ਉੱਥੇ ਚਲੇ ਜਾਓ। ਉਹ ਇੱਥੇ ਇਸ ਵਾਸਤੇ ਨਹੀਂ ਜਾਣਾ ਚਾਹੁੰਦੇ ਕਿ ਇਹ ਔਨ ਰੋਡ ਸੀਗਾ, ਉਹ ਰੋਡ ਤੋਂ ਪਿੰਡ ਜਿਹੜਾ ਟਮਰੌਲੀ ਸੀ 4-5 ਕਿਲੋਮੀਟਰ ਦੂਰ ਸੀ। ਇਹ ਕਰਦਿਆਂ ਕਰਾਉਂਦਿਆਂ ਬਾਊ ਇਕਬਾਲ ਸਿੰਘ ਨੇ ਉਸ ਟਾਈਮ ਪੰਜਾਬ ਦੇ CM ਸਰਦਾਰ ਪ੍ਰਤਾਪ ਸਿੰਘ ਜੀ ਕੈਰੋਂ ਸਨ, ਜਿਨ੍ਹਾਂ ਨੂੰ ਉਹਨਾਂ ਨੇ ਅਪਰੋਚ ਕੀਤੀ ਔਰ ਪ੍ਰਤਾਪ ਸਿੰਘ ਜੀ ਨੇ ਇਹ ਵਾਅਦਾ ਕੀਤਾ ਕਿ ਮੈਂ ਆ ਕੇ ਪਿੰਡ ਖਾਲੀ ਕਰਾਵਾਂਗਾ। ਇੱਕ ਦਿਨ ਸਰਦਾਰ ਪ੍ਰਤਾਪ ਸਿੰਘ ਜੀ ਕੈਰੋਂ ਪਿੰਡ ਵਿੱਚ ਆ ਗਏ, ਨਾਲ ਉਹਨਾਂ ਦੇ 2 ਪੁਲਿਸ ਦੇ ਸਿਪਾਹੀ ਸਨ ਕਿ ਉਸ ਟਾਈਮ ਖਾਸ ਪੁਲਿਸ ਦਾ ਵੀ ਕੋਈ ਬੰਦੋਬਸਤ ਨਹੀਂ ਸੀਗਾ। ਪਿੰਡ 'ਚ ਆ ਗਏ, ਉਹਨਾਂ ਲਬਾਣਾ ਬਰਾਦਰੀ ਨੂੰ ਇਕੱਠਿਆਂ ਕੀਤਾ, ਉਹਨਾਂ ਨੂੰ ਕਿਹਾ ਵੀ ਇਹ ਪਿੰਡ ਜਿਹੜਾ ਹੈ ਇਹ ਤੁਹਾਨੂੰ ਅਲਾਟ ਨਹੀਂ ਹੈ, ਇਹ ਪਿੰਡ ਇਹਨਾਂ ਨੂੰ ਅਲਾਟ ਹੈ, ਇਸ ਵਕਤ ਤੁਸੀਂ ਖਾਲੀ ਕਰ ਜਾਓ, ਤੁਸੀਂ ਆਪਣੇ ਟਮਰੌਲੀ ਚਲੇ ਜਾਓ। ਚਲੋ ਉਹਨਾਂ ਕਿਹਾ ਵੀ ਸਾਨੂੰ ਹਫ਼ਤਾ ਹੋਰ ਚਾਹੀਦਾ ਹੈ, ਹਫ਼ਤੇ 'ਚ ਅਸੀਂ ਸ਼ਿਫਟ ਕਰ ਦਾਂਗੇ। ਹਫ਼ਤਾ ਚੱਲਦਾ, ਹਫ਼ਤੇ ਬਾਅਦ ਉਹ ਪਿੰਡ ਨੂੰ ਖਾਲੀ ਕਰ ਗਏ। ਸਾਨੂੰ ਪਿੰਡ ਦੇ ਵਿੱਚ ਮਕਾਨ ਅਲਾਟ ਹੋ ਗਏ। ਅਸੀਂ ਆਪਣੇ ਘਰਾਂ ਵਿੱਚ ਬੈਠ ਕੇ ਜਾ ਕੇ ਬਾਹਰ ਗੰਨੇ ਖੜ੍ਹੇ ਹੁੰਦੇ ਸਨ, ਗੰਨੇ ਤੋੜਦੇ ਆਉਣੇ, ਰਾਤ ਨੂੰ ਬੈਠ ਕੇ ਚੂਪ ਲੈਣੇ ਔਰ ਆਪਣਾ ਸਮਾਂ ਪਾਸ ਕਰਦੇ ਰਹੇ। ਸਰਕਾਰ ਦੀ ਤਰਫੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ। ਕੁਛ ਦਿਨ ਸਮਾਂ ਇਸ ਤਰ੍ਹਾਂ ਗੁਜ਼ਰਦਾ ਗਿਆ। ਉਸ ਤੋਂ ਬਾਅਦ ਸਾਨੂੰ ਆਹਿਸਤਾ ਆਹਿਸਤਾ ਜ਼ਮੀਨਾਂ ਅਲਾਟ ਹੋ ਗਈਆਂ। ਆਪਣੀ ਜ਼ਮੀਨ 'ਚ ਖੇਤੀਬਾੜੀ ਕਰਨ ਲੱਗ ਪਏ। ਕੋਈ ਰੁਜ਼ਗਾਰ ਨਾ ਹੋਣ ਕਾਰਨ ਮੇਰੇ ਮਨ 'ਚ ਇਹ ਵਿਚਾਰ ਆਈ ਕਿ ਕੰਮ ਹੈ ਕੋਈ ਨਹੀਂ, ਨੌਕਰੀ ਮਿਲ ਨਹੀਂ ਸਕਦੀ। 13 ਸਾਲ ਮੇਰੀ ਉਮਰ ਹੋ ਗਈ, 12-13 ਸਾਲ ਮੇਰੀ ਉਮਰ ਹੋ ਗਈ ਹੈ, ਅਤੇ ਮੈਂ ਕਿਉਂ ਨਾ ਕਿ ਮੈਂ ਫੌਜ 'ਚ ਭਰਤੀ ਹੋ ਜਾਵਾਂ। ਉਸ ਟਾਈਮ ਬॉयਜ਼ ਦੀ ਭਰਤੀ ਹੁੰਦੀ ਸੀ ਬੱਚਿਆਂ ਦੀ, ਅਤੇ ਅਸੀਂ 4-5 ਮੁੰਡੇ ਸੀਗੇ ਜਿਨ੍ਹਾਂ ਅਸੀਂ ਕੋਸ਼ਿਸ਼ ਕੀਤੀ ਕਿ ਬॉयਜ਼ 'ਚ ਭਰਤੀ ਹੋ ਜਾਈਏ। ਘਰੋਂ ਉੱਠਦੇ ਸੀਗੇ, ਅੰਬਾਲੇ ਕੈਂਟ 10 ਕਿਲੋਮੀਟਰ ਚੱਲ ਕੇ ਜਾਣਾ, ਉੱਥੇ ਜਾ ਕੇ ਭਰਤੀ ਬਾਰੇ ਪਤਾ ਕਰਨਾ। ਉਸ ਟਾਈਮ ਸਿੱਖ ਸੈਂਟਰ ਅੰਬਾਲੇ ਕੈਂਟ ਹੁੰਦਾ ਸੀਗਾ, ਸਿੱਖ ਸੈਂਟਰ 'ਚ ਭਰਤੀ ਹੁੰਦੀ ਸੀ। ਅਸੀਂ ਇੱਕ ਦਿਨ ਸਿੱਖ ਸੈਂਟਰ 'ਚ ਭਰਤੀ ਹੋਣ ਵਾਸਤੇ ਜਾ ਰਹੇ ਸੀ, ਅਤੇ ਰਸਤੇ 'ਚ ਸਾਨੂੰ ਇੱਕ ਸੂਬੇਦਾਰ ਸਾਹਿਬ ਮਿਲੇ, ਜਿਨ੍ਹਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਕਿੱਥੇ ਚੱਲੇ ਹੋ ਕਾਕਾ। ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਭਰਤੀ ਹੋਣਾ ਚਾਹੁੰਦੇ ਹਾਂ, ਸਾਡੀ ਮਦਦ ਕਰੋ। ਉਹ ਆਖਣ ਲੱਗਾ ਕਿੰਨੇ ਪੜ੍ਹੇ ਤੁਸੀਂ? ਆਖਿਆ ਅਸੀਂ ਪੜ੍ਹੇ ਨਹੀਂ ਹਾਂ, ਬਿਲਕੁਲ ਅਨਪੜ੍ਹ ਹਾਂ, ਪਰ ਸਾਡੇ ਕੋਲ ਰੁਜ਼ਗਾਰ ਨਹੀਂ, ਹੋਰ ਕੀ ਕਰੀਏ ਅਸੀਂ। ਉਹ ਆਖਣ ਲੱਗਾ ਤੁਹਾਨੂੰ ਮੈਂ ਇੱਕ ਸਲਾਹ ਦਿੰਦਾ ਕਿ ਬॉयਜ਼ ਦੀ ਭਰਤੀ ਬੰਦ ਹੋ ਗਈ ਹੈ ਅਤੇ ਅਨਪੜ੍ਹ ਆਦਮੀ ਨੂੰ ਭਰਤੀ ਨਹੀਂ ਕਰ ਰਹੇ, ਸੋ ਤੁਸੀਂ ਜਾ ਕੇ ਪੜ੍ਹੋ, ਤੁਹਾਡੀ ਉਮਰ ਹੈ ਜੇ ਤੁਸੀਂ ਪੜ੍ਹ ਸਕਦੇ ਹੋ, ਪੜ੍ਹੋ ਜਾ ਕੇ ਜੀ। ਚਲੋ ਅਸੀਂ ਆ ਕੇ ਆਪਣੇ ਪਿੰਡ ਵਾਪਸ ਆ ਗਏ। ਪਿੰਡ ਵਾਪਸ ਆਉਣ ਤੋਂ ਬਾਅਦ ਅਸੀਂ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਅਸੀਂ ਸਕੂਲ ਪੜ੍ਹਨ ਵਾਸਤੇ ਜਾਣਾ ਸਵੇਰੇ। ਉਹ ਆਖਣੇ ਤੁਹਾਡੀ 13 ਸਾਲ ਉਮਰ ਹੋ ਗਈ ਹੈ, ਹੁਣ ਤੁਸੀਂ ਸਕੂਲ ਕਿਸ ਤਰ੍ਹਾਂ ਜਾਓ, ਕੀ ਕਰੋਗੇ? ਅਸੀਂ ਮਨ 'ਚ ਨਿਸ਼ਚਾ ਕਰ ਲਿਆ ਕਿ ਅਸੀਂ ਪੜ੍ਹਨ ਵਾਸਤੇ ਜ਼ਰੂਰ ਜਾਣਾ ਹੈ। ਚਲੋ ਅਸੀਂ ਸਵੇਰੇ ਆਪਣੇ ਕੱਪੜੇ ਜਿਹੜੇ ਸਾਡੇ ਕੋਲ ਹੈ ਸਾਨੂੰ ਪਾਏ, ਸਕੂਲ ਚਲੇ ਗਏ। ਜਾ ਕੇ ਅਸੀਂ ਸਕੂਲ ਵਿੱਚ ਪਹਿਲੀ ਕਲਾਸ ਵਿੱਚ ਚਲੇ ਗਏ, ਜਾ ਕੇ ਉੱਥੇ ਬੈਠ ਗਏ। ਉੱਥੇ ਇੱਕ ਮਾਸਟਰ ਈਸ਼ਰ ਸਿੰਘ ਸੀ, ਪਰ ਬਹੁਤ ਵਧੀਆ ਮਾਸਟਰ ਸਨ, ਉਹ ਬਹੁਤ ਚੰਗੇ ਸਨ।
ਉਹਨਾਂ ਨੇ ਜਦੋਂ ਸਾਨੂੰ ਵੇਖਿਆ ਤੇ ਆਖਣ ਲੱਗੇ ਤੁਸੀਂ ਏਡੇ ਏਡੇ ਵੱਡੇ ਬੰਦੇ ਹੋ ਕੇ ਤੁਸੀਂ ਪੜ੍ਹਨ ਆਏ ਹੋ। ਅਸੀਂ ਆਖਿਆ ਮਾਸਟਰ ਜੀ ਸਾਨੂੰ ਮਜਬੂਰੀ, ਅਸੀਂ ਪਾਕਿਸਤਾਨ ਤੋਂ ਆਏ ਹਾਂ, ਸਾਡੇ ਕੋਈ ਰੁਜ਼ਗਾਰ ਨਹੀਂ, ਕੋਈ ਸਾਡੇ ਕੋਲ ਰੋਟੀ ਪਾਣੀ ਦਾ ਬੰਦੋਬਸਤ ਨਹੀਂ, ਇਹ ਤਾਂ ਸਾਨੂੰ ਮਜਬੂਰੀ ਹੈ ਕਿ ਆਪਣੀ ਰੋਟੀ ਪਾਣੀ ਦੀ ਤਲਾਸ਼ ਵਿੱਚ ਅਸੀਂ ਹੁਣ ਪੜ੍ਹਨਾ ਚਾਹੁੰਦੇ ਹਾਂ। ਉਹਨੇ ਹਮਦਰਦੀ ਸਾਡੇ ਨਾਲ ਜਤਾਈ। ਹੈਡ ਮਾਸਟਰ ਬੈਰਾਗੀ ਸੀ ਉੱਥੇ, ਜਿਹੜੇ ਕੋਈ ਪਾਕਿਸਤਾਨ 'ਚੋਂ ਆਏ ਹੋਏ ਸਨ, ਪੰਜਾਬੀ ਸਨ। ਉਹਨਾਂ ਨੇ ਹੈਡ ਮਾਸਟਰ ਨੂੰ ਕਿਹਾ ਜਾ ਕੇ ਕਿ ਇਸ ਤਰ੍ਹਾਂ ਪਾਕਿਸਤਾਨ 'ਚ ਮੁੰਡੇ ਆਏ ਨੇ, ਕੋਈ 4-5 ਨੇ, ਇੰਨੀ ਉਮਰ ਹੋ ਗਈ ਤਾਂ ਪੜ੍ਹਨਾ ਚਾਹੁੰਦੇ ਨੇ। ਬੈਰਾਗੀ ਆਖਣ ਲੱਗਾ ਕੋਈ ਗੱਲ ਨਹੀਂ, ਇਹਨਾਂ ਨੂੰ ਬਿਠਾਓ, ਇਹਨਾਂ ਨੂੰ ਪੜ੍ਹਾਓ। ਅਸੀਂ ਉੱਥੇ 4-4 ਜਮਾਤਾਂ ਪੜ੍ਹੇ। 4-4 ਜਮਾਤਾਂ ਪੜ੍ਹਨ ਤੋਂ ਬਾਅਦ ਛੱਡ ਦਿੱਤਾ ਸਕੂਲ ਛੱਡਣ ਤੋਂ ਬਾਅਦ ਫਿਰ ਜਾ ਕੇ ਭਰਤੀ ਹੋ ਗਏ। ਭਰਤੀ ਹੋਣ ਤੋਂ ਬਾਅਦ ਆਪਣੀ ਟ੍ਰੇਨਿੰਗ ਕੀਤੀ। ਟ੍ਰੇਨਿੰਗ ਕਰਨ ਤੋਂ ਬਾਅਦ ਆਹਿਸਤਾ ਆਹਿਸਤਾ ਘਰ ਦੇ ਹਾਲਾਤ ਕੁਝ ਅੱਛੇ ਹੋ ਗਏ, ਰੋਟੀ ਪਾਣੀ ਮਿਲਣ ਲੱਗ ਗਿਆ। ਫਾਦਰ ਸਾਹਿਬ ਸਨ ਜਾਂ ਮੇਰਾ ਛੋਟਾ ਭਰਾ ਸੀ, ਉਹ ਖੇਤੀ ਦਾ ਕੰਮ ਕਰਨ ਲੱਗ ਗਏ। ਰੋਟੀ ਪਾਣੀ ਦਾ ਕੰਮ ਜਿਹੜਾ ਸਾਡਾ ਸੀ ਉਹ ਸੌਖਾ ਹੋ ਗਿਆ। ਅਸੀਂ ਆਪਣਾ ਗੁਜ਼ਾਰਾ ਠੀਕ ਠਾਕ ਕਰਨ ਲੱਗ ਗਏ। ਉਸ ਤੋਂ ਬਾਅਦ ਤਕਰੀਬਨ ਕਾਫੀ ਸਮਾਂ ਗੁਜ਼ਰ ਗਿਆ। ਗੁਜ਼ਰਨ ਤੋਂ ਬਾਅਦ ਮੇਰੀ ਸ਼ਾਦੀ ਹੋ ਗਈ। ਸ਼ਾਦੀ ਹੋਣ ਤੋਂ ਬਾਅਦ ਮੇਰੀ ਵਾਈਫ ਬਹੁਤ ਚੰਗੇ ਨੇ, ਅਜੇ ਵੀ ਮੇਰੇ ਪੂਰਾ ਸਾਥ ਦੇ ਰਹੇ ਨੇ। ਉਹਨਾਂ ਜ਼ਿੰਦਗੀ ਦੇ ਵਿੱਚ ਮੇਰਾ ਬਹੁਤ ਤਗੜਾ ਸਾਥ ਦੇ ਰਹੇ ਨੇ ਔਰ ਉਹਨਾਂ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਕਾਫੀ ਅੱਛੀ ਹੋ ਗਈ। ਉਸ ਤੋਂ ਬਾਅਦ ਮੇਰੇ 3 ਬੇਟੇ, ਵੱਡਾ ਬੇਟਾ ਸਰਦਾਰ ਦਲਜਿੰਦਰ ਸਿੰਘ, ਜਿਹੜੇ ਕੋਈ ਹੁਸ਼ਿਆਰਪੁਰ ਸਮਰਸੀਬਲ ਦਾ ਕੰਮ ਕਰਦੇ ਨੇ ਔਰ ਇੱਕ ਚੰਗੇ ਸੈਟਲ ਨੇ ਔਰ ਬਹੁਤ ਜੈਂਟਲ ਆਦਮੀ ਨੇ। ਦੂਸਰਾ ਮੇਰਾ ਬੇਟਾ ਕੁਲਵਿੰਦਰ ਸਿੰਘ ਸੀ, ਜਿਨ੍ਹਾਂ ਦੀ ਬਦਕਿਸਮਤੀ ਨਾਲ ਡੈਥ ਹੋ ਗਈ। ਅਸੀਂ ਗੱਲਬਾਤ ਸੁਣੀ ਬਜ਼ੁਰਗਾਂ ਦੀ ਔਰ ਇਹਨਾਂ ਬਜ਼ੁਰਗਾਂ ਨੇ ਇੱਕ ਫਲੋ ਵਿੱਚ ਆਪਣੀ ਗੱਲ ਕਹੀ ਆ। ਮਤਲਬ ਇਹ ਉਹ ਕਹਾਣੀਆਂ ਜਿਹੜੀਆਂ ਵਕਤ ਨੇ ਇਹਨਾਂ ਦੇ ਦਿਲੋਂ ਦਿਮਾਗ 'ਤੇ ਲਿਖੀਆਂ। ਇਹਨਾਂ ਨੂੰ ਕਿਸੇ ਕਾਗਜ਼ 'ਤੇ ਲਿਖਣ ਦੀ ਲੋੜ ਨਹੀਂ ਪਈ। ਅਤੇ ਜਦੋਂ ਉਹ ਸਮਾਂ, ਉਹ ਯਾਦਾਂ ਦੇ ਵਿੱਚ ਇਹ ਖੁੱਭਦੇ ਨੇ ਅਤੇ ਬਜ਼ੁਰਗ ਫਿਰ ਇਸੇ ਤਰ੍ਹਾਂ ਬੋਲਦੇ ਜਾਂਦੇ ਨੇ। ਅਤੇ ਮੈਂ ਵੀ ਚੁੱਪ ਰਿਹਾ, ਮੈਂ ਵੀ ਖੁੱਭ ਗਿਆ। ਮੈਂ ਵੀ ਕਿਤੇ ਗੁਜਰਾਤ ਦੇ ਪਿੰਡਾਂ 'ਚ ਫਿਰਦਾ ਰਿਹਾ, ਕਦੀ ਛੋਟੀ ਸ਼ੂ, ਕਦੀ ਹਜਰਾ ਪਿੰਡ 'ਚ, ਕਦੀ ਗੁਜਰਾਤ ਕੈਂਪ 'ਚ। ਫਿਰ ਮੈਂ ਵੀ ਇਹਨਾਂ ਦੇ ਨਾਲ ਗੱਡੀ ਚੜ੍ਹਿਆ। ਉਸ ਦਰਦ ਨੂੰ ਮਹਿਸੂਸ ਕਰਦਾ ਅੰਬਾਲੇ ਰਾਹੀਂ ਹੁੰਦਾ ਹੋਇਆ ਹੁਸ਼ਿਆਰਪੁਰ ਆ ਗਿਆ। ਹੁਣ ਮੈਂ ਚਾਹੁੰਦਾ ਕਿ ਕੁਝ ਗੱਲਾਂ ਇਹਨਾਂ ਨਾਲ ਕੀਤੀਆਂ ਜਾਣ ਉਸ ਪਿੰਡ ਬਾਰੇ ਅਤੇ ਆਸੇ ਪਾਸੇ ਦੇ ਪਿੰਡਾਂ ਬਾਰੇ। ਅੱਛਾ, ਇੱਕ ਤਾਂ ਦੱਸੋ ਜੀ, ਤੁਹਾਡਾ ਜਿਹੜਾ ਪਿੰਡ ਸੀ ਉਹ ਕਿਹੜੀ ਗੋਤ ਦੇ ਜੱਟਾਂ ਦਾ ਪਿੰਡ ਸੀਗਾ ਜੀ? ਸਾਡੇ ਪਿੰਡ 'ਚ ਤਕਰੀਬਨ ਹੰਜਰਾ ਜ਼ਿਆਦਾ ਸਨ। ਤਕਰੀਬਨ 30-35 ਘਰ ਹੰਜਰਾਵਾਂ ਦੇ ਸਨ ਔਰ ਜਿਹਦੇ ਵਿੱਚੋਂ 2 ਘਰ ਚੀਮਿਆਂ ਦੇ ਸਨ ਜੀ, ਅਤੇ ਬਾਕੀ 2 ਘਰ ਪੰਡਤਾਂ ਦੇ ਸਨ, 2 ਘਰ ਝਿਊਰਾਂ ਦੇ ਸਨ। ਬਾਕੀ ਤਕਰੀਬਨ 15-20 ਘਰ ਜਿਹੜੇ ਸਨ ਉਹ ਮੁਸਲਮਾਨ ਜੱਟ ਬਰਾਦਰੀ ਸਨ। ਉਹ ਵੀ ਹੰਜਰਾ ਸੀਗੇ? ਨਾ, ਉਹ ਹੰਜਰਾ ਨਹੀਂ ਸਨ ਜੀ। ਸਿਰਫ ਹੰਜਰਾ ਅਸੀਂ ਸੀਗੇ ਉਸ ਟਾਈਮ 'ਤੇ। ਉੱਤੇ ਹੰਜਰਾ ਜਿੰਨੇ ਸੀਗੇ ਉਹ ਸਾਰੇ ਹਿੰਦੂ ਸੀਗੇ, ਜਿਹਦੇ ਵਿੱਚੋਂ ਸਾਡੇ ਪਿੰਡ ਵਿੱਚ 30-35 ਘਰ ਸਾਡੇ ਪਿੰਡ 'ਚ ਰਹਿ ਗਏ ਸਨ। ਬਾਕੀ ਜਿਹੜਾ ਹੰਜਰਾਵਾਂ ਪਿੰਡ ਸੀਗਾ ਉੱਥੇ ਜਿੰਨੇ ਵੀ ਸਨ ਉਹ ਸਾਰੇ ਹੰਜਰਾ ਸਨ ਔਰ ਉਹ ਸਾਰੇ ਮੁਸਲਮਾਨ ਹੋ ਗਏ ਸਨ ਕਿਸੇ ਟਾਈਮ ਦੇ। ਤੁਸੀਂ ਹੰਜਰਾ ਸੀਗੇ? ਅਸੀਂ ਹੰਜਰਾ ਸੀਗੇ। ਤੇ ਮੁਸਲਮਾਨ ਜੱਟਾਂ ਦੀ ਗੋਤ ਤੁਹਾਨੂੰ ਯਾਦ ਨਹੀਂ? ਨਾ, ਉਹਨਾਂ ਦੀ ਮੈਨੂੰ ਯਾਦ ਨਹੀਂ। ਵੈਸੇ ਨਾਮ ਯਾਦ ਹੈ ਉਹਨਾਂ ਦੇ? ਇੱਕ ਮੁਹੰਮਦ ਹੁਸੈਨ ਸੀਗਾ ਉੱਥੇ, ਜਿਨ੍ਹਾਂ ਦੀ ਉਮਰ ਉਸ ਟਾਈਮ 'ਤੇ ਤਕਰੀਬਨ 40 ਸਾਲ ਦੇ ਲਗਭਗ ਸੀਗੀ ਜੀ। ਉਹਨਾਂ ਦਾ ਮੈਨੂੰ ਯਾਦ ਹੈ। ਤੇ ਲੰਬੜਦਾਰ ਕੌਣ ਸੀਗੇ ਉਸ ਪਿੰਡ ਦੇ? ਲੰਬੜਦਾਰ ਇੱਕ ਤੇ ਮੇਰੇ ਤਾਏ ਸਨ। ਕੀ ਸ਼ੁਭ ਨਾਮ ਹੁੰਦਾ? ਉਹਨਾਂ ਦਾ ਨਾਂ ਦਿਆਲ ਚੰਦ ਸੀਗਾ ਜੀ। ਤੇ ਹੋਰ ਲੰਬੜਦਾਰ ਕੋਈ? ਹੋਰ ਲੰਬੜਦਾਰ ਦਾ ਮੈਨੂੰ ਨਾਂ ਯਾਦ ਨਹੀਂ ਹੈ। ਤੇ ਮਤਲਬ ਜਿਹੜੀ ਇਹ ਮੁਸਲਮਾਨ ਆਬਾਦੀ ਸੀ ਤੇ ਸਿੱਖ ਆਬਾਦੀ ਸੀ, ਇਹਦੇ ਵਿੱਚ ਕੋਈ ਗਲੀ ਗੁਜ਼ਰਦੀ ਸੀ? ਹਾਂ ਜੀ, ਵਿੱਚੋਂ ਗਲੀਆਂ ਗੁਜ਼ਰਦੀਆਂ ਸਨ ਜੀ। ਤਕਰੀਬਨ ਜਿਹੜੇ ਮੁਸਲਮਾਨ ਪਿੰਡ ਸਨ ਘਰ, ਉਹ ਗਲੀ ਤੋਂ ਇਸ ਪਾਸੇ ਰਹਿ ਜਾਂਦੇ ਸਨ ਜੀ। ਜਿਹੜੇ ਸਾਡੇ ਜੱਟਾਂ ਦੇ ਘਰ, ਹਿੰਦੂਆਂ ਦੇ ਘਰ ਸਨ, ਉਹ ਇੱਕ ਵੱਖਰੇ ਪਾਸੇ ਰਹਿ ਜਾਂਦੇ ਸਨ। ਜਿਹੜੇ ਬਾਹਮਣ ਸਨ ਉਹ ਸਾਡੇ ਘਰਾਂ ਦੇ ਵਿੱਚ ਹੀ ਰਹਿੰਦੇ ਸਨ ਜੀ। ਬਾਹਮਣਾਂ ਦੇ ਵੀ ਨਾਮ ਦੱਸ ਦਿਓ ਜੀ। ਇੱਕ ਤਾਂ ਚਰਨਦਾਸ ਸੀ ਜੀ ਬਾਹਮਣ ਦਾ ਨਾਂ,
ਤੇ ਬਾਕੀ ਦਾ ਮੈਨੂੰ ਦੂਜੇ ਦਾ ਨਾਂ ਨਹੀਂ ਯਾਦ ਆ ਰਿਹਾ, ਚਰਨਦਾਸ ਸੀ ਉਹਨਾਂ ਦਾ ਨਾਮ। ਜੀ, ਕੋਈ ਪਿੰਡ ਦੇ ਵਿੱਚ ਪਹਿਲਵਾਨ ਹੋਇਆ ਹੋਵੇ ਜਾਂ ਇਲਾਕੇ ਦੇ ਵਿੱਚ ਤੁਹਾਨੂੰ ਯਾਦ ਹੋਵੇ? ਸਾਡੇ ਇੱਕ ਚਾਚੇ ਸੀਗੇ ਜੀ, ਗਹਿਣਾ ਮਤਲਬ ਨਾਂ ਸੀ। ਉਸ ਟਾਈਮ 'ਤੇ ਉਹ ਬੋਰੀ ਚੁੱਕਦੇ ਹੁੰਦੇ ਸੀ 80 ਵੱਟੀਆਂ। ਉਸ ਟਾਈਮ ਵੱਟੀਆਂ ਦਾ ਨਾਮ ਸੀ, 2 ਕਿਲੋ ਦੀ ਵੱਟੀ ਹੁੰਦੀ ਸੀ, 80 ਵੱਟੀਆਂ ਮਿੱਟੀ ਉਹ ਚੁੱਕਦੇ ਹੁੰਦੇ ਸੀ, ਬੋਰੀ ਭਰ ਕੇ ਚੁੱਕਦੇ ਹੁੰਦੇ ਸੀ। 160 ਕਿਲੋ? 160 ਕਿਲੋ। ਵਾਹ ਜੀ ਵਾਹ ਜੀ। ਤੇ ਤੁਸੀਂ ਥੋੜਾ ਜਿਹਾ ਆਪਣੇ ਜਿਹੜੇ ਰਿਸ਼ਤੇ ਸੀਗੇ ਮੁਸਲਮਾਨਾਂ ਨਾਲ ਤੁਹਾਡੇ, ਉਹਦੇ ਬਾਰੇ ਵੀ ਦੱਸ ਦਿਓ। ਤੁਹਾਡੇ ਬਚਪਨ ਦੇ ਕੋਈ ਦੋਸਤ ਹੋਣਗੇ, ਉਹਨਾਂ ਬਾਰੇ ਦੱਸ ਦਿਓ। ਸਮਾਂ ਲੰਮਾ ਹੋ ਗਿਆ, ਇਸ ਟਾਈਮ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਹੈ ਜੀ ਤੇ ਜੀ। ਸੋਸੇ ਮੈਨੂੰ ਯਾਦ ਨਹੀਂ ਆ ਰਿਹਾ ਕਿ ਉਹਨਾਂ ਦਾ ਕੀ ਨਾਮ ਸੀ। ਇੱਕ ਮੁਹੰਮਦ ਹੁਸੈਨ ਸੀਗਾ ਜਿਨ੍ਹਾਂ ਦਾ ਮੈਨੂੰ ਨਾਂ ਯਾਦ ਹੈ। ਇੱਕ ਨਾਮ ਯਾਦ ਰਹਿ ਗਿਆ ਬਸ। ਹਾਂ, ਇੱਕ ਨਾਂ ਯਾਦ ਰਹਿ ਗਿਆ, ਬਾਕੀ ਬੱਚਿਆਂ ਦਾ ਨਾਮ ਮੈਨੂੰ ਯਾਦ ਨਹੀਂ ਰਿਹਾ ਕਿਸੇ ਦੇ। ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਦੇ ਮੁਸਲਮਾਨ ਸੀ, ਉਹਨਾਂ ਨੇ ਤੁਹਾਡੀ ਕਾਫੀ ਮਦਦ ਕੀਤੀ। ਹਾਂਜੀ ਔਰ ਮੋਹਰੇ ਹੋਏ ਉਹ ਹਾਂਜੀ ਹਾਂ ਜਦੋਂ ਜਥਾ ਆਇਆ। ਹਾਂਜੀ ਹਾਂ। ਤੇ ਉਹ ਖਾਸ ਬੰਦੇ ਯਾਦ ਆ ਕਿਹੜੇ ਕਿਹੜੇ ਮੋਹਰੇ ਹੋਏ ਸੀ? ਉਹਨਾਂ ਦਾ ਕੌਣ ਸੀ? ਚੌਧਰੀ? ਉਹਨਾਂ ਦਾ ਮੁਹੰਮਦ ਹੁਸੈਨ ਸੜਾ ਜੀ ਨੇ, ਵਾਹ ਜੀ ਵਾਹ। ਉਹਨਾਂ ਦਾ ਚੌਧਰੀ ਸੀਗਾ, ਉਹਨਾਂ ਦਾ ਮੋਹਰੇ ਹੋਇਆ ਸੀਗਾ। ਔਰ ਉਹਨਾਂ ਨੇ ਧੁਰੇ ਸ਼ਾਹ ਨੂੰ ਕਿਹਾ ਸੀ ਕਿ ਧੁਰੇ ਸ਼ਾਹ ਅਗਰ ਇਸ ਪਿੰਡ ਨੂੰ ਮਾਰਨਾ ਹੈ, ਪਹਿਲਾਂ ਸਾਡੇ ਨਾਲ ਹੱਥ ਕਰ, ਸਾਨੂੰ ਮਾਰ ਤੇ ਫਿਰ ਇਸ ਪਿੰਡ ਨੂੰ ਮਾਰ ਲਈ। ਤੇ ਇਸ ਵਾਸਤੇ ਉਹਦਾ ਨਾਂ ਸਾਨੂੰ ਪੂਰੀ ਤਰ੍ਹਾਂ ਯਾਦ ਹੈ। ਹਾਂਜੀ, ਕਿ ਉਹਨਾਂ ਸਾਡੀ ਬਹੁਤ ਮਦਦ ਹਾਂ ਬਿਲਕੁਲ। ਇੱਕ ਗੱਲ ਸਮਝਣ ਵਾਲੀ ਆ ਕਿ ਅੱਜ ਪੌਣੀ ਸਦੀ ਬੀਤ ਚੱਲੀ ਆ। ਹਾਂ, ਇਹਨਾਂ ਨੂੰ ਮੁਹੰਮਦ ਹੁਸੈਨ ਉਹਨਾਂ ਦਾ ਨਾਮ ਯਾਦ ਆ ਕਿਉਂਕਿ ਉਸ ਵੇਲੇ ਜਦੋਂ ਇਹਨਾਂ ਦੇ ਦਿਲ ਖੌਫ ਨਾਲ ਤੇਜ਼ ਧੜਕ ਰਹੇ ਸੀ ਔਰ ਇਹ ਡਰ ਸੀ ਕਿ ਹਮਲਾ ਹੋ ਜਾਣਾ ਔਰ ਸਾਨੂੰ ਇੱਥੇ ਮਾਰ ਦੇਣਾ ਜਥੇ ਨੇ, ਉਦੋਂ ਇੱਕ ਸ਼ਖਸ ਉੱਠਿਆ, ਕੁਝ ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਦੇ ਮੂਹਰੇ ਖੜੋ ਗਿਆ। ਉਹਨਾਂ ਦਾ ਨਾਂ ਸੀ ਜਨਾਬ ਮੁਹੰਮਦ ਹੁਸੈਨ। ਹਾਂਜੀ। ਭਾਵੇਂ ਉਹ ਦੁਨੀਆ ਤੇ ਨਹੀਂ ਹੋਣਗੇ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ। ਇਸ ਤਰ੍ਹਾਂ ਦੇ ਬੰਦੇ ਜਿਹੜੇ ਆ ਉਹ ਹਮੇਸ਼ਾ ਜਿਉਂਦੇ ਰਹਿੰਦੇ ਆ। ਇਹਨਾਂ ਦੇ ਦਿਲ ਤੇ ਨਾਂ ਲਿਖਿਆ ਗਿਆ, ਗਾਹਾਂ ਇਹਨਾਂ ਦੀ ਔਲਾਦ ਵੀ ਉਹਨੂੰ ਯਾਦ ਰੱਖੇਗੀ। ਇਹ ਜਿਹੜੇ ਅਹਿਸਾਸ ਆ ਗਾਂ ਤੋਂ ਗਾਂ ਤੁਰਦੇ ਰਹਿਣਗੇ। ਸੋ ਚੰਗਿਆਈ ਜਿਹੜੀ ਆ ਉਹ ਕਦੀ ਨਹੀਂ ਮਰਦੀ। ਤੇ ਮੁਹੰਮਦ ਹੁਸੈਨ ਨਹੀਂ ਭੁੱਲਦਾ ਜੀ? ਨਹੀਂ ਭੁੱਲਦਾ। ਸ਼ਕਲੋ ਸੂਰਤ ਵੀ ਯਾਦ ਆ? ਨਹੀਂ ਨਹੀਂ ਯਾਦ? ਨਹੀਂ ਯਾਦ ਰਹੀ। ਉਹ ਤੁਹਾਡੇ ਬਜ਼ੁਰਗ ਵੀ ਯਾਦ ਕਰਦੇ ਰਹੇ ਹੋਣਗੇ ਨਹੀਂ? ਬਜ਼ੁਰਗਾਂ ਨੂੰ ਯਾਦ ਹੋਵੇਗਾ ਜੀ, ਉਹਨਾਂ ਨੂੰ ਵੱਧ ਯਾਦ ਹੋਵੇਗਾ ਜੀ। ਉਹਨਾਂ ਨੂੰ ਯਾਦ ਹੋਵੇਗਾ ਕਿਉਂਕਿ ਉਹਨਾਂ ਦੇ ਤਕਰੀਬਨ ਹਮ ਉਮਰ ਸਨ ਉਹ। ਜੀ ਜੀ ਜੀ। ਤੇ ਕਿਉਂਕਿ ਜਿਹੜੇ ਸਾਡੇ ਫਾਦਰ ਸਾਹਿਬ ਸਨ, ਇਹ ਚੌਧਰੀ ਨਾਂ ਤੇ ਪੁਕਾਰੇ ਜਾਂਦੇ ਸਨ। ਚੌਧਰੀ ਕੇਸਰ ਸਿੰਘ ਦੇ ਨਾਂ ਤੇ ਯਾਦ ਕੀਤਾ ਜਾਂਦਾ ਸੀ ਇਹਨਾਂ ਨੂੰ। ਜੀ ਜੀ। ਤੇ ਸਭ ਤੋਂ ਇਹਨਾਂ ਦੀ ਜ਼ਿਆਦਾ ਵਾਕਫੀ ਸੀ ਉੱਥੇ। ਤੇ ਤੁਹਾਡੀਆਂ ਰਿਸ਼ਤੇਦਾਰੀਆਂ ਨਾਨਕੇ ਕਿੱਥੇ ਸੀਗੇ ਜੀ? ਸਾਡੇ ਨਾਨਕੇ ਧੀਰਕੇ ਸੀ ਜੀ, ਧੀਰਕੇ ਪਿੰਡ ਸੀ। ਉਹ ਵੀ ਜਿਹੜੇ ਗੁਜਰਾਤ ਵਿੱਚ ਪੈਂਦਾ ਸੀ ਪਿੰਡ। ਧੀਰਕੇ, ਉਹ ਕਿਹੜੀ ਗੋਤ ਦਾ ਪਿੰਡ ਸੀ? ਉਹ ਵੜੈਚ ਸਨ ਜੀ। ਵੜੈਚ, ਠੀਕ ਹੈ ਜੀ, ਠੀਕ ਹੈ। ਹੋਰ ਰਿਸ਼ਤੇਦਾਰੀਆਂ ਜਿੱਦਾਂ ਭੂਆ ਸਾਡੇ ਤੋਂ ਤਕਰੀਬਨ 15 ਕੁ ਕਿਲੋਮੀਟਰ ਦੂਰ ਰਹਿੰਦੇ ਸਨ। ਵਾਂ ਪਿੰਡ ਸੀ, ਜਿਹੜਾ ਵਾਂ ਪਿੰਡ ਸੀ ਸਿਆਲਕੋਟ 'ਚ ਪੈਂਦਾ ਸੀ। ਮੇਰੀ 2 ਭੂਆ ਉੱਥੇ ਸਨ। ਇੱਕ ਭੂਆ ਕੋਪਰਾ ਪਿੰਡ ਪੈਂਦਾ ਸੀ, ਉੱਥੇ ਰਹਿੰਦੇ ਸਨ। ਕੋਪਰਾ ਹਾਂਜੀ ਹਾਂਜੀ ਬਿਲਕੁਲ। ਤੇ ਜਿਹੜਾ ਉਹ ਮੇਰੇ ਭਰਾ ਸਨ, ਭੂਆ ਦੇ ਪੁੱਤਰ, ਉਹ ਚੀਮੇ ਸਨ ਉਹ। ਜੀ ਬਿਲਕੁਲ ਹਾਂਜੀ। ਠੀਕ। ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਬੈਠੇ ਆ ਜੀ, ਉਹ ਉਹਨਾਂ ਪਿੰਡਾਂ ਦੇ ਵਿੱਚ ਆ ਕੇ। ਹਾਂ, ਚੀਮੇ ਬਹੁਤ ਬੈਠੇ। ਚੀਮੇ ਇੱਕ ਬੜੀ ਵੱਡੀ ਬਰਾਦਰੀ ਹੈ ਤੇ ਉਹ ਤਕਰੀਬਨ ਉੱਥੇ ਕਾਫੀ ਬੈਠੇ ਨੇ। ਬਾਕੀ ਹੁਣ ਉਸ ਤੋਂ ਬਾਅਦ ਆ ਕੇ ਜਿਹੜੇ ਮੇਰੇ ਭੂਆ ਦਾ ਪਿੰਡ ਹੈ ਉਹ ਇੱਥੇ ਕਪੂਰਥਲੇ ਵਿੱਚ ਨੇ ਬੈਠੇ। ਕਿਹੜਾ ਪਿੰਡ ਹੈ ਜੀ? ਭਗਵਾਨਪੁਰ ਉਹਨਾਂ ਪਿੰਡ ਹੈ। ਠੀਕ ਹੈ ਜੀ, ਠੀਕ ਹੈ। ਤੇ ਉਹ ਜਿਹੜਾ ਬਚਪਨ ਸੀਗਾ, ਖਾਸ ਤੌਰ ਤੇ ਜਦੋਂ ਤੁਸੀਂ ਸਕੂਲੇ ਗਏ ਕੁਝ ਦਿਨ, ਉਹ ਸਕੂਲ ਦਾ ਮਾਹੌਲ ਯਾਦ ਆ? ਪਿੰਡ 'ਚ ਸਕੂਲ ਸੀਗਾ ਜੀ ਉਸ ਟਾਈਮ? ਤੇ ਜ਼ਿਆਦਾ ਜਿਹੜੇ ਮੁਸਲਮਾਨ ਟੀਚਰ ਸਨ। ਕੋਈ ਨਾਂ ਨਹੀਂ ਯਾਦ? ਨਾਂ ਨਹੀਂ ਯਾਦ, ਜਿਹੜੇ ਕਿ ਤਕਰੀਬਨ ਸਾਨੂੰ ਨਫ਼ਰਤ ਕਰਦੇ ਸਨ। ਅੱਛਾ, ਤੁਸੀਂ ਇਹ ਗੱਲ ਮਹਿਸੂਸ ਕੀਤੀ? ਅਸੀਂ ਮਹਿਸੂਸ ਕੀਤੀ। ਕੋਈ ਉਹਦੀ ਉਦਾਹਰਨ ਹੈ ਤੁਹਾਡੇ ਕੋਲ? ਨਹੀਂ, ਉਹਦਾ ਕੋਈ ਉਦਾਹਰਨ ਨਹੀਂ ਹੈ। ਬਈ ਇੰਨੇ ਕਿ ਮੇਰੇ ਮਨ 'ਚ ਇਹ ਗੱਲ ਬੈਠ ਗਈ ਕਿ ਮੈਂ ਇੱਥੇ ਪੜ੍ਹ ਨਹੀਂ ਸਕਦਾ, ਕਿਉਂਕਿ ਸਾਨੂੰ ਕੁਛ ਦਿਲੀ ਮਹਿਸੂਸ ਹੋ ਰਿਹਾ ਸੀ ਕਿ ਸਾਨੂੰ ਇੱਥੇ ਪਰੇਸ਼ਾਨੀ ਹੋਏਗੀ। ਇਸ ਵਾਰ ਮੈਂ ਸਕੂਲ ਗਿਆ ਨਹੀਂ। ਤੁਹਾਨੂੰ ਵੱਖਰਾ ਬਿਠਾਲਦੇ ਸੀ ਜਾਂ? ਨਹੀਂ, ਇਕੱਠੇ ਕਲਾਸ 'ਚ ਬਿਠਾਲਦੇ ਸੀਗੇ। ਲੇਕਿਨ ਉਹ ਜਿਹੜਾ ਟੀਚਰ ਸੀਗਾ ਉਹ ਜਾਂਦੇ ਹੀ, ਕਾਕਾ ਤੂੰ ਇੱਧਰ ਆ ਜਾ, ਤੂੰ ਕੀ ਖਾ ਕੇ ਆਇਆ, ਤੂੰ ਅੱਜ ਕੀ ਖਾਧਾ ਵੇ।
ਨਾਜਾਇਜ਼ ਜਿਹਾ ਪਰੇਸ਼ਾਨ ਜਿਹਾ ਕਰਦਾ ਸੀ। ਛੋਟੇ ਬੱਚੇ ਸੀਗੇ ਤੇ ਸਹਿਮ ਸੁਮ ਗਏ ਸੀਗੇ ਤੇ ਫਿਰ ਸਕੂਲ ਜਾਣ ਨੂੰ ਜੀ ਨਹੀਂ ਕੀਤਾ। ਇਹ ਗੱਲ ਵੀ ਸਮਝਣ ਵਾਲੀ ਆ ਕਿ ਟੀਚਰ ਨੂੰ ਵੀ ਬਹੁਤ ਚੰਗਾ ਹੋਣਾ ਚਾਹੀਦਾ। ਟੀਚਰ ਬਹੁਤ ਚੰਗਾ ਹੋਣਾ ਚਾਹੀਦਾ। ਜਿਸ ਤਰ੍ਹਾਂ ਮੈਂ ਇੱਕ ਗੱਲ ਪਹਿਲੇ ਕਰ ਚੁੱਕਾ ਵਾਂ ਕਿ ਸਾਡੇ ਦੁੱਖ ਨੂੰ ਮਹਿਸੂਸ ਕੀਤਾ ਜਦੋਂ ਅਸੀਂ ਅੰਬਾਲੇ ਆ ਕੇ ਪੜ੍ਹਨ ਵਾਸਤੇ ਗਏ ਹਾਂ ਤਾਂ ਉਸ ਟੀਚਰ ਨੇ ਸਾਡੇ ਦੁੱਖ ਨੂੰ ਮਹਿਸੂਸ ਕੀਤਾ ਔਰ ਉਹਨੇ ਸਾਨੂੰ 4 ਸਾਲ ਬਹੁਤ ਇੱਕ ਅੱਛੀ ਤਰ੍ਹਾਂ ਪੜ੍ਹਾਇਆ, ਇੱਕ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਿਆ ਸਾਨੂੰ। ਔਰ ਉਸ ਹੈੱਡ ਮਾਸਟਰ ਨੂੰ ਮੈਂ ਸਲਾਮ ਕਰਦਾ ਵਾਂ ਕਿ ਜਿਸ ਨੇ ਸਾਨੂੰ ਸਕੂਲ 'ਚ ਬੈਠਣ ਦੀ ਇਜਾਜ਼ਤ ਦਿੱਤੀ ਔਰ ਉਹਨ ਮਾਸਟਰ ਨੂੰ ਇਹ ਕਿਹਾ ਕਿ ਇਹਨਾਂ ਬੱਚਿਆਂ ਨੂੰ ਇੱਕ ਬੜੇ ਚੰਗੀ ਤਰ੍ਹਾਂ ਔਰ ਪਿਆਰ ਨਾਲ ਇਹਨਾਂ ਨੂੰ ਰੱਖਣਾ, ਇਹਨਾਂ ਨੂੰ ਕੋਈ ਕਿਸਮਤ ਦੁੱਖ ਨਾ ਪਹੁੰਚੇ। ਵਾਹ ਜੀ ਵਾਹ। ਅੱਛਾ, ਤੁਹਾਨੂੰ ਯਾਦ ਹੈ ਜੀ ਤੁਹਾਡੇ ਪਿੰਡ ਦੇ ਨਾਲ ਆਲੇ ਦੁਆਲੇ ਕਿਹੜੇ ਪਿੰਡ ਲੱਗਦੇ ਸੀਗੇ ਜੀ? ਇੱਕ ਨਾਲ ਮੰਜੂ ਚੱਕ ਲੱਗਦਾ ਸੀ ਜੀ, ਮੁਸਲਮਾਨ ਦਾ ਪਿੰਡ ਸੀਗਾ, ਤੇ ਨਾਲ ਇੱਕ ਵੱਡੀ ਸ਼ੂਕ ਲੱਗਦੀ ਸੀ ਜੀ, ਜਿਹੜੀ ਕਿ ਸਾਡੇ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਸੀ ਜੀ ਜੀ। ਤੇ ਹੋਰ ਪਿੰਡ ਕੋਈ ਆਸੇ-ਪਾਸੇ? ਹੋਰ ਆਸੇ-ਪਾਸੇ ਤਕਰੀਬਨ ਸ਼ਹਿਰ ਜਲਾਲਪੁਰ ਜੱਟਾਂ ਲੱਗਦਾ ਸੀ ਇੱਕ ਨੇੜੇ। ਉਹਦਾ ਬਾਜਵਿਆਂ ਦਾ ਮੇਰੇ ਖਿਆਲ ਮਸ਼ਹੂਰ ਤੇ ਵੱਡਾ ਪਿੰਡ ਸੀਗਾ। ਹੁਣ ਇਸ ਵੇਲੇ ਮੈਨੂੰ ਲੱਗਦਾ ਤਹਿਸੀਲ ਬਣ ਗਈ ਹੈ। ਤਹਿਸੀਲ ਪਤਾ ਜ਼ਿਲ੍ਹਾ ਬਣ ਗਿਆ ਹੋਗਾ ਜੀ ਹੁਣ ਤਾਂ ਇਸ ਵੇਲੇ। ਜੀ ਜੀ ਜੀ। ਤੇ ਨਾਲ ਗੁਜਰਾਤ ਜ਼ਿਲ੍ਹਾ ਸੀਗਾ, ਉਹ ਵੀ ਨੇੜੇ ਪੈ ਜਾਂਦਾ ਸੀ, 8-9 ਕਿਲੋਮੀਟਰ ਸੀਗਾ। ਹੋਰ ਪਿੰਡਾਂ ਦਾ ਨਾਂ ਯਾਦ ਨਹੀਂ ਜੀ। ਠੀਕ ਹੈ, ਮੇਰੇ ਖਿਆਲ ਤੁਹਾਡਾ ਇਲਾਕਾ ਕਾਫੀ ਸੋਹਣਾ ਇਲਾਕਾ ਹੈ ਨਾ ਜੀ? ਇਲਾਕਾ ਬਹੁਤ ਵਧੀਆ ਸੀ ਜੀ, ਜ਼ਮੀਨ ਬਹੁਤ ਵਧੀਆ ਸੀ ਤੇ ਉਪਜਾਊ ਜ਼ਮੀਨ ਸੀ। ਸਿਰਫ ਘਾਟ ਇੱਕੋ ਹੀ ਸੀਗੀ ਕਿ ਪਾਣੀ ਦਾ ਖਾਸ ਬੰਦੋਬਸਤ ਨਾ ਹੋਣ ਕਰਕੇ ਫਸਲ ਜਿਹੜੀ ਸੀ ਉਹ ਇੰਨੀ ਚੰਗੀ ਨਹੀਂ ਸੀ ਹੁੰਦੀ। ਤੇ ਖੂਹ ਵਗੈਰਾ ਲੱਗੇ ਹੋ ਸੀਗੇ? ਖੂਹ ਲੱਗੇ ਸੀ ਜੀ। ਖੂਹ ਦੇ ਉੱਤੇ ਇੱਕ ਖੂਹ ਦੇ ਉੱਤੇ 3-4 ਵਰਾਂ ਦਾ ਹਿੱਸਾ ਹੁੰਦਾ ਸੀਗਾ ਤੇ ਤੀਸਰੇ ਚੌਥੇ ਦਿਨ ਵਾਰੀ ਆਉਂਦੀ ਸੀ ਖੂਹ ਦੇ ਉੱਤੇ। ਉਸ ਟਾਈਮ ਦੇ ਉੱਤੇ ਆਹ ਲੋਹ ਦੀਆਂ ਟਿੰਡਾਂ ਨਹੀਂ ਸੀ ਹੁੰਦੀਆਂ, ਉਦੋਂ ਮਿੱਟੀ ਦੀਆਂ ਟਿੰਡਾਂ ਹੁੰਦੀਆਂ ਸੀਗੀਆਂ। ਮਿੱਟੀ ਦੀਆਂ ਟਿੰਡਾਂ ਤਕਰੀਬਨ ਕਾਫੀ ਟੁੱਟ ਜਾਂਦੀਆਂ ਸੀ ਤੇ ਇੱਕ ਜ਼ਿਮੀਂਦਾਰ ਦੀ ਪੂਰੀ ਵਾਰੀ ਜਿਹੜੀ ਸੀ ਉਹ ਵੀ ਨਹੀਂ ਸੀ ਲੱਗਦੀ। ਉਹ ਟਿੰਡਾ ਬੰਨ੍ਹਣ ਵਿੱਚ ਹੀ ਕਾਫੀ ਸਮਾਂ ਖਰਾਬ ਹੋ ਜਾਂਦਾ ਸੀਗਾ ਤੇ ਇਸ ਪੂਰੀ ਸਿੰਚਾਈ ਜ਼ਮੀਨ ਦੀ ਨਹੀਂ ਸੀ ਹੋ ਸਕਦੀ। ਅੱਛਾ, ਖੂਹਾਂ ਦੇ ਨਾਮ ਹੁੰਦੇ ਸੀ ਕਹਿੰਦੇ, ਕੋਈ ਨਾਂ ਯਾਦ ਤੁਹਾਨੂੰ? ਇਹਨਾਂ ਹੁੰਦਾ ਸੀ ਕਿ ਆਹ ਬੜਾ ਚੰਦ ਦਾ ਖੂਹ ਹੈ, ਆਹ ਚੀਮਿਆਂ ਦਾ ਖੂਹ ਹੈ, ਇਹ ਹੰਜਰਾਵਾਂ ਦਾ ਖੂਹ, ਇਹ ਨਾਂ ਹੁੰਦਾ ਸੀਗਾ ਜੀ ਉੱਥੇ। ਵੈਸੇ ਉਹਦਾ ਮੁਸਲਮਾਨਾਂ ਦੇ ਬੱਚੇ ਤੇ ਤੁਸੀਂ ਇਕੱਠੇ ਖੇਡਦੇ ਰਹੇ ਆ ਗਲੀਆਂ 'ਚ? ਹਾਂਜੀ, ਗਲੀਆਂ ਖੇਡਦੇ ਰਹੇ, ਇਕੱਠੇ ਖੇਡਦੇ ਰਹੇ। ਪਿੰਡਾਂ ਦੀਆਂ ਗਲੀਆਂ ਕਾਫੀ ਚੌੜੀਆਂ ਹੁੰਦੀਆਂ ਸਨ ਤੇ ਆਮ ਤੌਰ 'ਤੇ ਬੱਚੇ ਛੱਤਾਂ 'ਤੇ ਖੇਡਦੇ ਹੁੰਦੇ ਸਨ। ਉੱਥੇ ਇਸ ਤਰ੍ਹਾਂ ਹੁੰਦਾ ਸੀ ਕਿ ਇੱਕ ਛੱਤ ਤੋਂ ਛਾਲ ਮਾਰੀ ਦੂਜੀ ਚਲੇ ਗਏ, ਦੂਜੀ ਛਾਲ ਮਾਰੀ ਤੀਜੀ ਚਲੇ ਗਏ। ਸੋਹਣੀਆਂ ਗਲੀਆਂ ਹੁੰਦੀਆਂ ਸਨ ਤੇ ਕਾਫੀ ਭੱਜ ਨੱਠ ਸੰਘਣੀ ਆਬਾਦੀ ਸੀ। ਉਸ ਟਾਈਮ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਪਿੰਡ ਸਨ ਤਕਰੀਬਨ ਗਲੀਆਂ ਬਹੁਤ ਸੌੜੀਆਂ ਹੁੰਦੀਆਂ ਸਨ। ਕਿਸੇ ਟਾਈਮ ਦੇ ਉੱਤੇ ਇਹ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਨਜ਼ਦੀਕ ਜਿਹੜੇ ਸਨ ਉਹ ਆਪਣੇ ਘਰ ਪਾਉਂਦੇ ਸਨ ਤੇ ਇਹ ਕੋਸ਼ਿਸ਼ ਕਰਦੇ ਸਨ ਕਿ ਮੇਰਾ ਇੱਕ ਦੂਜੇ ਦੇ ਘਰ ਦੇ ਨਾਲ ਪਿੱਠ ਜਿਹੜੀ ਜੁੜੀ ਰਹੇ ਜਾਂ ਸਾਈਡ ਜੁੜੀ ਰਹੇ, ਤਾਂ ਕਿ ਕਿਉਂਕਿ ਕਿਸੇ ਟਾਈਮ ਦਾ ਕੋਈ ਸਮਾਂ ਸੀਗਾ ਜਦੋਂ ਕਿ ਇਹ ਹਮਲਾਵਰਾਂ ਤੋਂ ਲੋਕ ਬਹੁਤ ਸਹਿਮੇ ਹੋਏ ਸਨ ਔਰ ਇਹਨਾਂ ਦੇ ਮਨ ਵਿੱਚ ਇਹ ਗੱਲ ਬੈਠੀ ਹੋਈ ਸੀ ਕਿ ਆਪਾਂ ਇਕੱਠੇ ਰਹੀਏ ਤਾਂ ਕਿ ਕੁਝ ਸੇਫ ਰਹੀਏ। ਹਾਂਜੀ, ਇੱਕ ਤੁਹਾਡੀ ਕਹਾਣੀ ਜਿਹੜੀ ਜਾਂ ਕਹਿ ਲਓ ਦਰਦ ਕਹਾਣੀ ਦੇ ਵਿੱਚ ਇਹ ਗੱਲ ਬੜੀ ਖੂਬਸੂਰਤ ਆ ਕਿ ਜਿਹੜੇ ਹੰਜਰਾ ਸੀਗੇ ਮੁਸਲਮਾਨ ਇੱਕ ਹੋਰ ਪਿੰਡ 'ਚ ਹੰਜਰਾ ਪਿੰਡ 'ਚ, ਉਹਨਾਂ ਨੇ ਵੀ ਤੁਹਾਡੇ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਔਰ ਤੁਹਾਨੂੰ ਸੰਭਾਲਿਆ। ਹਾਂਜੀ, ਉਹਨਾਂ ਸਾਡੇ ਬਾਅਦ ਦਰਵਾਜ਼ੇ ਖੋਲ੍ਹ ਦਿੱਤੇ ਸਿਰਫ ਇਸ ਕਰਕੇ ਕਿ ਹੰਜਰਾ ਭਰਾ ਨੇ ਸਾਡੇ। ਹੰਜਰਾ ਭਰਾ ਨੇ ਔਰ ਇਸ ਟਾਈਮ ਤੇ ਇਹਨਾਂ ਦੇ ਦੁੱਖ ਤਕਲੀਫ ਹੈ ਉਹੀ ਉਹਨਾਂ ਦੇ ਕਦੇ ਬੀਤੀ ਸੀਗੀ, ਉਹਨਾਂ ਨੂੰ ਆਪਣੀ ਕਹਾਣੀ ਯਾਦ ਆ ਗਈ। ਇਸ ਵਾਸਤੇ ਉਹਨਾਂ ਨੂੰ ਸਾਨੂੰ ਜੀ ਆਇਆਂ ਆਖਿਆ ਔਰ ਰਸਤ ਪਾਣੀ ਸਾਨੂੰ ਉਹਨਾਂ ਨੇ ਖੁੱਲ੍ਹਾ ਦੇ ਦਿੱਤਾ, ਆਪਣੀਆਂ ਹਵੇਲੀਆਂ ਵਿੱਚ ਜਗ੍ਹਾ ਦੇ ਦਿੱਤੀਆਂ, ਮੰਜੀ ਬਿਸਤਰੇ ਦੇ ਦਿੱਤੇ ਕਿ ਤੁਸੀਂ ਇੱਥੇ ਰਹੋ, ਆਪਣਾ ਰੋਟੀ ਪਾਣੀ ਪਕਾਓ ਅਤੇ ਖਾਓ, ਜਿੰਨੇ ਦਿਨ ਮਰਜ਼ੀ ਰਹੋ ਤੁਸੀਂ ਇੱਥੇ, ਸਾਨੂੰ ਕੋਈ ਤਕਲੀਫ ਨਹੀਂ ਤੁਹਾਡੇ ਤੋਂ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਚਲੋ ਤੁਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਵੀ ਕਰ ਦਿੱਤਾ। ਇਸ ਵੇਲੇ ਹੁਣ ਜੇ ਤੁਹਾਨੂੰ ਪੁੱਛਣਾ ਹੋਵੇ ਛੋਟੀ ਸ਼ੂਕ ਵਾਲੇ ਹਾਂਜੀ ਜਿਹੜੇ ਹੰਜਰਾ ਆ ਉਹ ਇੱਧਰ ਆ ਕੇ ਕਿੰਨੇ ਕੁ ਪਿੰਡਾਂ 'ਚ ਬੈਠੇ ਆ, ਤੁਹਾਨੂੰ ਕੋਈ ਹੈ ਯਾਦ ਜੀ? ਹਾਂਜੀ ਹਾਂ ਜੀ ਜੀ। ਉਹ ਸਾਡੇ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ ਘਰ ਜਿਹੜੇ ਨੇ ਅਸੀਂ ਤੇਪਲੇ 'ਚ ਬੈਠੇ ਹਾਂ। 2 ਘਰ ਸਾਡੇ 'ਚੋਂ ਜੱਟਾਂ ਦੇ ਬਾਜੜਾ ਪਿੰਡ ਹੈ ਲੁਧਿਆਣੇ ਦੇ ਵਿੱਚ, ਉੱਥੇ ਬਹਿ ਗਏ ਸਨ ਤੇ ਬਾਕੀ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ ਪਿੰਡ ਜਿਹੜੇ ਸਾਡੇ ਪਿੰਡ ਤੇਪਲੇ 'ਚ ਹੀ ਬੈਠੇ ਨੇ। ਸਾਰੀ ਬਰਾਦਰੀ ਅਸੀਂ ਇਕੱਠੇ ਹੀ ਹਾਂ। ਤੇ ਤੁਸੀਂ ਵਿੱਚੋਂ ਹੁਸ਼ਿਆਰਪੁਰ ਆ ਗਏ? ਹਾਂਜੀ ਹਾਂਜੀ, ਤੁਸੀਂ ਹੁਸ਼ਿਆਰਪੁਰ ਆ ਕੇ ਸੈਟਲ ਹੋ ਗਏ? ਔਰ ਮੈਂ ਤਾਂ ਹੁਸ਼ਿਆਰਪੁਰ ਨਹੀਂ ਸੈਟਲ ਹੋਇਆ, ਮੇਰਾ ਬੇਟਾ ਦਲਜਿੰਦਰ ਸਿੰਘ ਆ ਕੇ ਹੁਸ਼ਿਆਰਪੁਰ ਸੈਟਲ ਹੋ ਗਿਆ ਕਿਉਂਕਿ ਇਹਨਾਂ ਦਾ ਕੰਮ ਇੱਥੇ ਹੁਸ਼ਿਆਰਪੁਰ ਸੀਗਾ
ਜਿਹੜਾ ਕਿ ਇਹਨਾਂ ਦਾ ਮਾਮਾ ਕੁਲਜਿੰਦਰ ਸਿੰਘ ਸਮਰਸੀਬਲ ਦਾ ਕੰਮ ਕਰਦੇ ਸੀ। ਇਹ ਉਹਨਾਂ ਦੇ ਨਾਲ ਇੱਥੇ ਆ ਕੇ ਕੰਮ ਕਰਨ ਵਾਸਤੇ ਆਏ ਇੱਥੇ ਔਰ ਇੱਥੇ ਹੀ ਸੈਟਲ ਹੋ ਗਏ। ਇਹਨਾਂ ਦਾ ਕੰਮ ਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ। ਤੇ ਤਾਂ ਇਹ ਜਿੱਥੇ ਤੁਹਾਡੀ ਮੈਰਿਜ ਹੋਈ, ਹਾਂਜੀ, ਉਹ ਚੀਮੇ ਕਿੱਥੋਂ ਆਏ ਸੀਗੇ ਜੀ? ਉਹ ਚੀਮੇ ਸਿਆਲਕੋਟ ਤੋਂ ਆਏ ਸੀ ਜੀ। ਕਿਹੜਾ ਪਿੰਡ ਸੀ ਉਹਨਾਂ ਦਾ? ਗੋਂਦ ਕੇ ਪਿੰਡ ਸੀ ਉਹਨਾਂ ਦਾ। ਗੋਂਦ ਕੇ ਚੀਮਾ, ਠੀਕ ਹੈ ਜੀ, ਠੀਕ ਹੈ। ਤੁਹਾਡਾ ਤਾਂ ਨਹੀਂ ਉੱਥੇ ਕੋਈ ਰਹਿ ਗਿਆ? ਸਾਡੇ ਇੱਕ ਭੂਆ ਜੀ ਰਹਿ ਗਏ ਨੇ। ਸਕੇ ਭੂਆ ਜੀ? ਸਕੇ ਭੂਆ ਜੀ, ਸਾਡੇ ਸਕੇ ਭੂਆ ਜੀ ਉੱਥੇ ਰਹਿ ਗਏ ਨੇ। ਵਾਂ ਪਿੰਡ ਹੈ, ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਡਸਕਾ। ਉਹ ਬਲਕਿ ਸਾਨੂੰ ਵੀ ਕੋਸ਼ਿਸ਼ ਕਰ ਰਹੇ ਸਨ ਕਿ ਤੁਸੀਂ ਵੀ ਇੱਥੇ ਰਹਿ ਜਾਓ। ਅੱਛਾ। ਉਸ ਟਾਈਮ ਜਿਹੜੇ ਬਜ਼ੁਰਗ ਸਨ ਇਹ ਕਹਿੰਦੇ ਹੁੰਦੇ ਸੀ ਕਿ ਇਹ ਸਮੇਂ ਕਈ ਵਾਰੀ ਆਉਂਦੇ ਨੇ, ਰਾਜ ਪਲਟਦੇ ਨੇ, ਕੁਝ ਦਿਨਾਂ 'ਚ ਤੰਗੀ ਹੁੰਦੀ ਏ, ਲੋਕ ਇੱਧਰ ਉੱਧਰ ਚਲੇ ਜਾਂਦੇ ਨੇ, ਦੁਬਾਰਾ ਫਿਰ ਆਪਣੇ ਪਿੰਡਾਂ ਵਿੱਚ ਆ ਜਾਂਦੇ ਨੇ ਅਤੇ ਕੋਈ ਇਲਾਕਾ ਛੱਡ ਕੇ ਜਾਂ ਆਪਣਾ ਪ੍ਰਦੇਸ਼ ਛੱਡ ਕੇ ਦੂਸਰੇ ਪ੍ਰਦੇਸ਼ਾਂ ਵਿੱਚ ਨਹੀਂ ਜਾਂਦਾ। ਅਸੀਂ ਜ਼ਿਆਦਾ ਲੋਕਾਂ ਨੂੰ ਵੇਖਦਿਆਂ ਹੋਇਆਂ ਔਰ ਲੋਕਾਂ ਦੀ ਅਫਵਾਹ ਇਹ ਸੀਗੀ ਕਿ ਜਿਹੜੇ ਵੀ ਹਿੰਦੂ ਪਾਕਿਸਤਾਨ 'ਚ ਰਹਿ ਜਾਣਗੇ ਉਹਨਾਂ ਨੂੰ ਮਾਰ ਦਿੱਤਾ ਜਾਏਗਾ। ਇਸ ਵਾਸਤੇ ਮਨਾਂ 'ਚ ਡਰ ਬੈਠ ਗਿਆ। ਅਸੀਂ ਫਿਰ ਆਪਣਾ ਮਨ ਬਣਾ ਲਿਆ ਕਿ ਅਸੀਂ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਚਲੇ ਜਾਂਦੇ ਹਾਂ। ਅਸੀਂ ਫਿਰ ਆਪਣਾ ਉੱਥੋਂ ਹਿੰਦੁਸਤਾਨ ਵਾਸਤੇ ਰਵਾਨਾ ਹੋ ਗਏ। ਇੱਕ ਗੱਲ ਦੱਸਿਓ ਜੀ, ਕੁਝ ਦਿਨ ਇਸ ਸ਼ਸ਼ੋ ਪੰਜ ਵਿੱਚ ਲੰਘੇ, ਰਹਿ ਲਈਏ ਜਾਂ ਚੱਲ ਜਾਈਏ? ਹਾਂਜੀ, ਇਹਦੇ ਵਿੱਚ ਨਾ ਸਾਨੂੰ ਇਹ ਸੋਚ ਵਿਚਾਰ ਕਰਨ ਵਿੱਚ ਤਕਰੀਬਨ 10-15 ਦਿਨ ਲੱਗ ਗਏ। ਓਹੋ। ਕਿਉਂਕਿ ਸਾਡੇ ਤੋਂ ਪਹਿਲਾਂ ਜਿਹੜੇ ਸਾਡੇ ਮਾਮੇ ਸਨ, ਜਿਹੜੇ ਧੀਰ ਕੇ ਰਹਿੰਦੇ ਸਨ, ਉਹਨਾਂ ਦਾ ਨਾਮ ਸਰਦਾਰ ਸਿੰਘ ਸੀਗਾ ਔਰ ਉਹ ਸਾਡੇ ਤੋਂ ਪਹਿਲਾਂ ਗੁਜਰਾਤ ਕੈਂਪ 'ਚ ਆ ਗਏ ਸਨ। ਸਾਡਾ ਮਾਮਾ ਸਾਡੇ ਕੋਲ ਆਇਆ, ਉਹ ਆਖਣ ਲੱਗਾ ਅਸੀਂ ਹਿੰਦੁਸਤਾਨ ਚੱਲੇ ਹਾਂ, ਇਸ ਵਾਸਤੇ ਤੁਸੀਂ ਵੀ ਇੱਥੋਂ ਕੂਚ ਕਰ ਚੱਲੋ, ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਕਿ ਕੁਝ ਦਿਨਾਂ ਦੇ ਬਾਅਦ ਫਿਰ ਇਹਨਾਂ ਨੇ ਹਮਲਾ ਕਰਕੇ ਮਾਰ ਦੇਣਾ ਅਤੇ ਇਸ ਵਾਸਤੇ ਅਸੀਂ ਵੀ ਚੱਲੇ ਹਾਂ, ਤੁਸੀਂ ਚਲੇ ਚਲੋ। ਜਿਹੜੇ ਸਾਡੇ ਵਾਂ ਪਿੰਡ ਦੇ ਵਿੱਚ ਸਾਡੇ 2 ਭੂਆ ਜੀ ਸਨ। ਇੱਕ ਭੂਆ ਜੀ ਸਨ ਜਿਹੜੇ ਉੱਥੇ ਰਹਿ ਗਏ, ਇੱਕ ਭੂਆ ਜੀ ਸਨ ਜਿਹੜੇ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਆ ਗਿਆ। ਦੋਨੇ ਚੀਮਿਆਂ ਦੇ ਵਿੱਚ ਹੀ? ਦੋਵੇਂ ਚੀਮੇ ਸਨ ਜੀ। ਇੱਕੋ ਹੀ, ਮੈਂ ਕਹਿੰਦਾ ਸਕਿਆਂ 'ਚ ਹੀ ਹੋਣੇ ਆ। ਸਕੇ ਜੀ, ਸਕੇ ਚਾਚੇ ਤਾਏ ਦੇ ਸਨ ਦੋਵੇਂ ਭਰਾ। ਜਿਹੜੀ ਰਹਿ ਗਈ ਭੂਆ, ਉਹਨਾਂ ਦਾ ਕੀ ਨਾਂ ਸੀਗਾ ਜੀ? ਉਹਨਾਂ ਦਾ ਖੇਮੋ ਸੀ ਜੀ। ਤੇ ਜਿਹੜੇ ਆ ਗਏ ਉਹਨਾਂ ਦਾ ਕੀ ਨਾਂ ਸੀ? ਸੱਦੋ। ਤੇ ਖੇਮੋ ਜਿਹੜੀ ਭੂਆ ਸੀ ਤੁਹਾਡੀ, ਉਹਨਾਂ ਦੇ ਪਤੀ ਦਾ ਕੀ ਨਾਂ ਸੀਗਾ ਜੀ? ਉਹ ਮੈਨੂੰ ਯਾਦ ਨਹੀਂ ਜੀ। ਯਾਦ ਨਹੀਂ? ਫੁੱਫੜ ਦਾ ਨਾਂ ਯਾਦ ਨਹੀਂ। ਤੁਸੀਂ ਮਿਲਦੇ ਰਹੇ ਉਹਨਾਂ ਨੂੰ? ਹਾਂਜੀ, ਅਸੀਂ ਫੁੱਫੜ ਜੀ ਨੂੰ ਤਕਰੀਬਨ ਨਹੀਂ ਮਿਲ ਸਕੇ ਕਿਉਂ ਮੇਰੇ ਸਾਡੇ ਤੋਂ ਪਹਿਲਾਂ ਚਲਾਣਾ ਕਰ ਗਏ ਸਨ। ਅਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਵੱਡੇ ਬੇਟੇ ਸਨ, ਉਹਨਾਂ ਦਾ ਨਾਮ ਮੁਨਸ਼ੀ ਰਾਮ ਸੀ, ਉਹ ਵੀ ਪਾਕਿਸਤਾਨ 'ਚ ਹੀ ਰਹਿ ਗਏ ਸਨ। ਉਹਨੇ ਪੂਰੀ ਫੈਮਿਲੀ ਪਾਕਿਸਤਾਨ 'ਚ ਰਹਿ ਗਈ ਸੀ। ਅਤੇ ਅੱਜ ਵੀ ਮੁਨਸ਼ੀ ਰਾਮ ਦੇ ਬੇਟੇ ਨਾਲ, ਜਿਹਦਾ ਨਾਂ ਸੁਰਜੀਤ ਹੈ, ਉਹ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ। ਕਹਿ ਹੁਣ ਤਾਂ ਉਹ ਮੁਸਲਮਾਨ ਹੋ ਗਏ ਹੁਣ ਕਿ ਨਹੀਂ? ਨਹੀਂ, ਉਹ ਜੇ ਮੁਸਲਮਾਨ ਨਹੀਂ ਹੋਈ ਜੀ। ਕਿਉਂਕਿ ਤਕਰੀਬਨ 1 ਸਾਲ 1.5 ਸਾਲ ਹੋ ਗਿਆ ਇੱਥੇ ਆਏ ਸਨ। ਉਹਨਾਂ ਦੀ 2 ਬੇਟੀਆਂ ਸਨ ਨਾਲ। ਇੱਕ ਬੇਟੀ ਦੀ ਸ਼ਾਦੀ ਇੱਥੇ ਕਰ ਗਏ ਸਨ, ਜਿਹੜੀ ਕਿ ਉਹਨਾਂ ਦੀ ਬੇਟੀ ਇਸ ਵੇਲੇ ਟੇਪਲੇ ਪਿੰਡ ਵਿੱਚ ਠੀਕ ਠਾਕ ਵੱਸ ਰਹੇ ਨੇ। ਔਰ ਉਹ ਕਹਾਣੀ ਤਾਂ ਬੜੀ ਅਖਬਾਰਾਂ 'ਚ ਆਈ। ਹਾਂ ਜੀ, ਹਾਂ, ਅਖਬਾਰਾਂ 'ਚ ਆਈ ਸੀ ਕਿ ਜਦੋਂ ਉਹਨਾਂ ਦਾ ਵਿਆਹ ਸੀਗਾ ਬਹੁਤ ਲੋਕ ਮੀਡੀਆ ਵਾਲੇ ਉੱਥੇ ਗਏ ਸੀਗੇ ਔਰ ਉਹਨਾਂ ਨੇ TV 'ਤੇ ਵੀ ਆਈ ਸੀ ਕਹਾਣੀ, TV 'ਤੇ ਵੀ ਆਇਆ ਸੀ ਵਿਆਹ ਔਰ ਅਖਬਾਰਾਂ 'ਚ ਵੀ ਆਉਂਦਾ ਰਿਹਾ ਵਿਆਹ। ਅੱਛਾ, ਉਹ ਸੁਰਜੀਤ ਉਹਨਾਂ ਦੀ ਬੇਟੀ ਸੀਗੀ? ਸੁਰਜੀਤ ਦੀ ਬੇਟੀ ਹੈ ਜੀ ਉਹ, ਜਿਹੜੀ ਜਿਹਨੇ ਤੁਹਾਡੇ ਜਰਾਵਾਂ 'ਚ ਵਿਆਹ ਹੋਇਆ ਉਹਨਾਂ ਦਾ? ਹਾਂ, ਉਹ ਹੈਗੇ ਜੀ ਘੁੰਮਣ। ਅੱਛਾ, ਘੁੰਮਣ ਮਤਲਬ ਜਿਸ ਫੈਮਿਲੀ 'ਚ ਵਿਆਹ ਹੋਇਆ ਉਹ ਘੁੰਮਣ ਨੇ ਸਿਆਲਕੋਟ। ਜਿਹੜੀ ਸੁਰਜੀਤ ਨੇ ਜਿਹੜੇ ਆਪਣੀ ਬੇਟੀ ਦਾ ਵਿਆਹ ਕੀਤਾ ਹੈ ਉਹ ਘੁੰਮਣਾ ਵੱਲ ਕੀਤਾ ਵੇ ਜੀ ਜੀ। ਉਹ ਮੁੰਡੇ ਉਹਨਾਂ ਦੀ ਗੋਤ ਘੁੰਮਣ। ਅੱਛਾ ਅੱਛਾ ਅੱਛਾ। ਉਹ ਪਾਕਿਸਤਾਨ ਵਿੱਚ ਜਿਹੜੀ ਸਾਡੀ ਭੂਆ ਸੀ ਨਾ ਇੱਕ, ਇਹ ਵੀ ਕੋਪਰੇ ਪਿੰਡ ਵਿੱਚ ਰਹਿੰਦੇ ਸਨ ਜੀ। ਕੋਪਰੇ ਪਿੰਡ ਵਿੱਚ ਇੱਕ ਸਾਡਾ ਭਰਾ ਸੀ ਭੂਆ ਦਾ ਬੇਟਾ ਹਵੇਲੀ ਰਾਮ। ਇਹ ਹਵੇਲੀ ਰਾਮ ਦਾ ਪੋਤਰਾ ਸੀ ਜਿਹਦੇ ਨਾਲ ਉਹਨਾਂ ਦਾ ਵਿਆਹ ਹੋਇਆ। ਅੱਛਾ ਅੱਛਾ ਅੱਛਾ, ਹਾਂ ਬਿਲਕੁਲ। ਕੋਪਰੇ ਵਾਲੇ ਘੁੰਮਣ ਨੇ। ਹਾਂ, ਲਾੜਪੁਰ ਵੀ ਘੁੰਮਣ ਬੜੇ ਬੈਠੇ ਆ ਕੋਪਰੇ ਵਾਲੇ। ਲਾੜਪੁਰ ਹੈਗੇ ਕਾਫੀ ਆ, ਛੋਟੇ ਵੱਡੇ, ਮੇਰੇ ਖਿਆਲ 2 ਕੋਪਰੇ ਸੀ ਉੱਥੇ। ਜੀ 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 ਜੀ। ਤੇ ਮਤਲਬ ਦੇਖੋ ਜੀ, ਉਹ ਭੂਆ ਨੂੰ ਯਾਦ ਕਰਦੇ ਤੁਹਾਡੇ ਪਿਤਾ ਜੀ ਅਕਸਰ ਉਦਾਸ ਹੋ ਜਾਂਦੇ ਹੋਣੇ ਵੀ ਭੈਣ ਨਾਲ ਇੱਕ ਵਿਛੋੜਾ ਪੈ ਗਿਆ। ਸਾਡੇ ਪਿਤਾ ਜੀ ਦਰਅਸਲ ਜਦੋਂ ਸ਼ੁਰੂ ਵਿੱਚ ਪਾਕਿਸਤਾਨ 'ਚ ਜਵਾਨ ਸਨ, ਇਹ ਬਹੁਤ ਬਿਮਾਰ ਹੋ ਗਏ ਸੀ
ਜੀ ਜਦੋਂ ਬਿਮਾਰ ਹੋ ਗਏ ਸੀ ਤੇ ਉਸ ਟਾਈਮ ਇਹਨਾਂ ਦੀ ਮੈਰਿਜ ਹੋ ਗਈ ਸੀ। ਜੀ ਇਹ ਫਿਰ ਆਪਣੇ ਜਿਹੜੀ ਸਾਡੇ ਭੂਆ ਸੀ ਇਹ ਕੋਪਰੇ ਵਾਲੇ, ਇਹ ਉਹਨਾਂ ਕੋਲ ਚਲੇ ਗਏ ਸੀ ਔਰ ਉੱਥੇ ਹੀ ਉਸ ਟਾਈਮ ਖਾਸ ਡਾਕਟਰਾਂ ਦਾ ਬੰਦੋਬਸਤ ਨਹੀਂ ਸੀ ਹੁੰਦਾ, ਮਾੜੇ ਮੋਟੇ ਹਕੀਮਾਂ ਦਾ ਹੀ ਬੰਦੋਬਸਤ ਹੁੰਦਾ ਸੀਗਾ ਜਾਂ ਦਵਾਈ ਦੀ ਜੜੀ ਬੂਟੀਆਂ ਦਾ ਹੀ ਕੰਮ ਹੁੰਦਾ ਸੀਗਾ। ਇਹ ਬਹੁਤ ਬਿਮਾਰ ਹੋ ਗਏ ਸੀ ਤੇ ਇਹਨਾਂ ਦਾ ਉੱਥੇ ਕੋਪਰੇ ਵਿੱਚ ਇਲਾਜ ਹੋਇਆ ਸੀ। ਇਸ ਵਾਸਤੇ ਉਸ ਭੈਣ ਨੂੰ ਇਹ ਜ਼ਿਆਦਾ ਯਾਦ ਕਰਦੇ ਸਨ। ਅੱਛਾ 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 ਜੀ ਜੀ। ਇਹ ਭੈਣ ਭਰਾ ਦੀ ਕਦੀ ਮੁਲਾਕਾਤ ਹੋਈ 47 ਤੋਂ ਬਾਅਦ? 47 ਤੋਂ ਬਾਅਦ ਉਹ ਤਾਂ ਪਾਕਿਸਤਾਨ 'ਚ ਰਹਿ ਗਏ ਜੀ, ਭੂਆ ਸਾਡੀ, ਕਦੀ ਮੁਲਾਕਾਤ ਨਹੀਂ? ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਕਿਉਂਕਿ ਸਾਡੀ ਫੈਮਿਲੀ ਦੇ ਵਿੱਚੋਂ ਜਦੋਂ ਪਾਰਟੀਸ਼ਨ ਤੋਂ ਬਾਅਦ ਕੋਈ ਪਾਕਿਸਤਾਨ ਨਹੀਂ ਗਿਆ। ਨਹੀਂ ਗਿਆ। ਕਦੋਂ ਪੂਰੇ ਹੋਏ ਤੁਹਾਡੇ ਪਿਤਾ ਜੀ? ਸਾਡੇ ਪਿਤਾ ਜੀ ਨੂੰ ਪੂਰੇ ਹੋਇਆ ਤਕਰੀਬਨ ਮੇਰਾ ਖਿਆਲ ਹੈ 96 ਸਾਲ ਪੂਰੇ, 96 ਸਾਲ। ਤੇ ਉਹ ਜਿਹੜੀ ਤੁਹਾਡੇ ਭੂਆ ਜੀ ਸੀ ਉਹ ਕਦੋਂ ਹੋਏ? ਉਹ ਵੀ ਤਕਰੀਬਨ ਉਹ ਇਸ ਤੋਂ ਪਹਿਲੇ ਪੂਰੇ ਹੋ ਗਏ ਸੀਗੇ। ਠੀਕ ਹੈ। ਉਹ ਬਲਾਈਂਡ ਹੋ ਗਏ ਸੀ ਬਾਅਦ ਤੇ ਫਿਰ ਉਸ ਤੋਂ ਪਹਿਲਾਂ ਪੂਰੇ ਹੋ ਗਏ ਸੀਗੇ। ਉਹਨਾਂ ਦੇ ਵੀ ਦੁੱਖ ਵੱਡੇ ਸੀ, ਮਾਂ ਪਿਓ ਜਾਂ ਕਹ ਲਓ 3 ਭਰਾ, ਸਾਰੀ ਬਰਾਦਰੀ ਚਲ ਗਈ। ਕਿਉਂਕਿ ਸਾਡੇ ਜਿਹੜੇ ਫਾਦਰ ਸਾਹਿਬ ਸਨ ਇਹ ਇਕੱਲੇ ਸਨ ਤੇ ਇਹਨਾਂ ਦੀਆਂ 3 ਭੈਣਾਂ ਸਨ ਤੇ ਇਸ ਵਾਸਤੇ ਉਹ ਇਹਨਾਂ ਨੂੰ ਜ਼ਿਆਦਾ ਪਿਆਰ ਕਰਦੀਆਂ ਸਨ। ਅੱਛਾ ਅੱਛਾ, ਇਕੱਲੇ ਸੀ। ਠੀਕ ਹੈ। ਤੇ ਇੱਕ ਗੱਲ ਦੱਸਿਓ, ਜਿਹੜੇ ਤੁਹਾਡੇ ਫੁੱਫੜ ਜੀ ਸੀਗੇ ਹਾਂਜੀ ਚੀਮੇ, ਹਾਂਜੀ, ਉਹਨਾਂ ਦੀਆਂ ਭੈਣਾਂ ਵੀ ਇੱਧਰ ਆ ਗਈਆਂ ਹੋਣਗੀਆਂ? ਉਹਨਾਂ ਦੇ ਬਾਰੇ ਨਹੀਂ ਪਤਾ? ਨਹੀਂ। ਉਹ ਫੋਕਸਿੰਗ ਵੀ ਕਰਦੇ? ਹਾਂਜੀ, ਤੁਸੀਂ ਕੁਝ ਹੋਰ ਦੱਸਣਾ ਚਾਹੁੰਦੇ ਸੀ? ਸਾਡੇ ਜਿਹੜੇ ਭੂਆ ਜੀ ਸਨ ਉੱਥੇ ਚੀਮੇ ਸਨ ਉਹ ਵੀ, ਤੇ ਉਹਨਾਂ ਦਾ ਇੱਕ ਬੇਟਾ ਵੱਡਾ ਬੈਂਗਲੌਰ ਸਰਵਿਸ ਕਰਦਾ ਸੀ ਉਸ ਵੇਲੇ ਜੀ? ਉਸ ਵੇਲੇ, ਉਸ ਤੋਂ ਪਾਰਟੀਸ਼ਨ ਤੋਂ ਪਹਿਲੇ ਉੱਥੇ ਸਰਵਿਸ ਕਰਦਾ ਸੀ ਉਹ। ਔਰ ਉਹਨਾਂ ਨੂੰ ਸ਼ਹਿਰਾਂ 'ਚ ਰਹਿਣ ਦੇ ਹੋਣ ਦੇ ਕਾਰਨ ਪਤਾ ਸੀ ਕਿ ਇਹ ਕਿਸੇ ਦਿਨ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋ ਜਾਣੀ ਹੈ। ਇਸ ਵਾਸਤੇ ਉਹਨਾਂ ਨੇ ਘਰਦਿਆਂ ਨੂੰ ਆਗਾਹ ਕਰ ਦਿੱਤਾ ਸੀ ਕਿ ਤੁਸੀਂ ਆਪਣਾ ਪਿੰਡ ਛੱਡ ਕੇ, ਆਪਣੇ ਘਰ ਛੱਡ ਕੇ ਤੇ ਹਿੰਦੁਸਤਾਨ ਚਲੇ ਜਾਓ। ਲੇਕਿਨ ਉਹਦੇ 'ਚ ਉਹੀ ਸੀਗਾ ਕਿ ਅੱਜ ਤੋਂ ਪਹਿਲੇ ਇਹ ਕਦੇ ਵਾਰਤਾ ਇਸ ਤਰ੍ਹਾਂ ਹੋਈ ਨਹੀਂ ਸੀ। ਕੋਈ ਵੀ ਦੇਸ਼ ਤੋਂ ਛੱਡ ਕੇ ਦੂਸਰੇ ਦੇਸ਼ 'ਚ ਨਹੀਂ ਜਾ ਕੇ ਵਸਿਆ। ਇਸ ਵਾਸਤੇ ਉਹਨਾਂ ਸੋਚਿਆ ਕਿ ਇਹ ਗੱਲਾਂ ਜਿਹੜੀਆਂ ਨੇ ਸਭ ਝੂਠੀਆਂ ਨੇ, ਅਸੀਂ ਆਪਣਾ ਵਤਨ ਛੱਡ ਕੇ ਦੂਜੇ ਪਾਸੇ ਨਹੀਂ ਜਾਵਾਂਗੇ, ਨਾ ਜਾਣਾ ਹੈ। ਉਹ ਕੀ ਨਾਮ ਸੀ ਜੀ ਉਹਨਾਂ ਦਾ, ਜਿਹੜੇ ਬੰਗਲੌਰ 'ਚ ਨੌਕਰੀ ਕਰਦੇ ਸੀ? ਅਮਰਚੰਦ ਚੀਮਾ। ਬਾਅਦ 'ਚ ਉਹ ਕਿੱਥੇ ਸੈਟਲ ਹੋਏ? ਹੁਣ ਉਹਨਾਂ ਦੀ ਫੈਮਿਲੀ ਸਾਰੀ ਜਿਹੜੀ ਹੈ ਬੈਂਗਲੌਰ ਹੀ ਸੈਟਲ ਹੈ ਜੀ। ਤੇ ਉਹਨਾਂ ਤਾਏ ਦੀ ਡੈਥ, ਭਰਾ ਦੀ ਵੀ ਡੈਥ ਹੋ ਗਈ ਹੈ, ਭਰਜਾਈ ਦੀ ਡੈਥ ਹੋ ਗਈ ਹੈ। ਤੇ ਉਹਨਾਂ ਜਿਹੜਾ ਪਰਿਵਾਰ ਹੈ ਸਾਰਾ ਉਹ ਬੈਂਗਲੌਰ ਹੀ ਸੈਟਲ ਹੈ। ਚਲੋ ਹਜਰਾਤ ਸਾਹਿਬ, ਬਹੁਤ ਸੋਹਣੀਆਂ ਗੱਲਾਂ ਹੋ ਗਈਆਂ। ਅਖੀਰ ਦੇ ਵਿੱਚ ਨਾ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ, ਛੋਟੀ ਸ਼ੂਕ ਵਾਲਿਆਂ ਨੂੰ, ਮੁਹੰਮਦ ਹੁਸੈਨ ਜੀ ਤਾਂ ਹੋ ਸਕਦਾ ਨਾ ਹੋਣ ਦੁਨੀਆ 'ਚ, ਉਹਨਾਂ ਦੀ ਔਲਾਦ ਹੋਊਗੀ, ਪੋਤੇ ਹੋਣਗੇ ਜਾਂ ਹੋਰ ਜਿਹੜੇ ਉਸ ਵੇਲੇ ਖੜ੍ਹੇ ਹੋਏ ਜਿਨ੍ਹਾਂ ਨੇ ਤੁਹਾਨੂੰ ਪਿਆਰ ਦਿੱਤਾ, ਤੁਹਾਨੂੰ ਸੰਭਾਲਿਆ, ਉਹਨਾਂ ਲਈ ਕੋਈ ਸੁਨੇਹਾ ਦੇ ਦਿਓ, ਉਹਨਾਂ ਤੱਕ ਪਹੁੰਚਣਾ ਜੀ। ਇਹ ਮੈਂ ਸ਼ੁਕਰਗੁਜ਼ਾਰ ਹਾਂ ਸ਼ੂਕ ਪਿੰਡ ਦੇ ਮੁਸਲਮਾਨ ਬਰਾਦਰੀ ਦਾ, ਜਿਨ੍ਹਾਂ ਨੇ ਕਿ ਸਾਡੇ ਉੱਤੇ ਜਦੋਂ ਹਮਲਾ ਹੋਣ ਲੱਗਾ ਸੀ ਔਰ ਉਹਨਾਂ ਨੇ ਤੁਰੇ ਸ਼ਾਹ ਨੂੰ ਇਹ ਕਹਿ ਕੇ ਚੈਲੰਜ ਕਰ ਦਿੱਤਾ ਕਿ ਤੁਰੇ ਸ਼ਾਹ ਪਹਿਲਾਂ ਸਾਨੂੰ ਮਾਰ ਔਰ ਫਿਰ ਇਹਨਾਂ ਜੱਟ ਬਰਾਦਰੀ ਨੂੰ, ਹਿੰਦੂ ਬਰਾਦਰੀ ਵੱਲ ਬਾਅਦ 'ਚ ਜਾਈਂ। ਅਸੀਂ ਮੁਹੰਮਦ ਹੁਸੈਨ ਜੀ ਦਾ ਔਰ ਉਹਨਾਂ ਦੇ ਸਹਿਯੋਗੀਆਂ ਦਾ ਮੈਂ ਅੱਜ ਵੀ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ ਵਾਂ ਔਰ ਉਹਨਾਂ ਨੂੰ ਮੈਂ ਹਮੇਸ਼ਾ ਯਾਦ ਕਰਦਾ ਰਹਾਂਗਾ, ਕਿਉਂਕਿ ਉਹਨਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਉਹ ਇੱਕ ਜੀਵਨ ਦਿੱਤਾ ਹੈ ਜਿਹੜਾ ਕਿ ਸ਼ਾਇਦ ਹੀ ਅਗਰ ਉਹ ਸਾਡੀ ਮਦਦ ਨਾ ਕਰਦੇ ਤਾਂ ਅੱਜ ਅਸੀਂ ਇਸ ਦੁਨੀਆ 'ਚ ਨਾ ਹੁੰਦੇ। ਸੋ ਉਹਨਾਂ ਨੂੰ ਮੇਰਾ ਬਹੁਤ ਬਹੁਤ ਪਿਆਰ, ਬਹੁਤ ਬਹੁਤ ਉਹਨਾਂ ਨੂੰ ਯਾਦ ਕਰਦਾ। ਹਮੇਸ਼ਾ ਕਾਮਨਾ ਕਰਦਾ ਵਾਂ ਕਿ ਉਹ ਪਿੰਡ ਦੇ ਮੁਸਲਮਾਨ ਬਰਾਦਰੀ ਹਮੇਸ਼ਾ ਪਰਮਾਤਮਾ ਖੁਦਾ ਉਹਨਾਂ ਨੂੰ ਸਦਾ ਸੁਖੀ ਰੱਖੇ ਔਰ ਉਹਨਾਂ ਦੇ ਜੀਵਨ ਦੇ ਵਿੱਚ ਹਮੇਸ਼ਾ ਖੇੜੇ ਰਹਿਣ। ਵਾਹ ਜੀ ਵਾਹ। ਚਲੋ ਜੀ, ਬਹੁਤ ਵਧੀਆ ਹੋਇਆ ਜੀ। ਧੰਨਵਾਦ, ਮਿਹਰਬਾਨੀ, ਸ਼ੁਕਰੀਆ ਜੀ, ਸ਼ੁਕਰੀਆ।